ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੇ ਗੁਰੂ ਸਵਾਰੀ ਸਾਧ ਸੰਗਤ ਜੀ, ਪਤਿਤ ਪਾਵਨ ਭਗਤ ਵਛਲ ਕਿਰਪਾ ਦੇ ਖਜ਼ਾਨੇ, ਜੁਗੋ ਜੁਗ ਅਟਲ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਰਹਿਮਤ ਬਖਸ਼ਿਸ਼ ਦਾ ਸਦਕਾ ਗਰੀਬ ਨਵਾਜ਼ ਸਤਿਗੁਰੂ ਜੀ ਦੇ ਚਰਨਾਂ ਵਿੱਚ ਸੰਗਤ ਰੂਪ ਵਿੱਚ ਜੁੜ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ ਹੈ। ਸਤਿਗੁਰਾਂ ਦੇ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਨਗਰ ਤਲਣ ਜ਼ਿਲ੍ਹਾ ਜਲੰਧਰ ਵਿਖੇ ਸੰਧਿਆ ਦੇ ਦੀਵਾਨ ਵਿੱਚ ਵਡਭਾਗੀ ਸੰਗਤਾਂ ਨੇ ਗੁਰੂ ਕੀ ਬਾਣੀ ਦਾ ਮਨੋਹਰ ਕੀਰਤਨ ਗੁਰੂ ਕੇ ਕੀਰਤਨੀ ਜਥੇ ਦੇ ਪਾਸੋਂ ਸਰਵਣ ਕੀਤਾ ਹੈ। ਉਪਰੰਤ ਗ੍ਰੰਥੀ ਸਿੰਘਾਂ ਪਾਸੋਂ ਰਹਿਰਾਸ ਸਾਹਿਬ ਜੀ ਦੇ ਪਾਠ ਸਰਵਣ ਕਰਕੇ ਆਨੰਦ ਮਾਣਿਆ ਹੈ, ਲਾਹਾ ਪ੍ਰਾਪਤ ਕੀਤਾ ਹੈ। ਸਤਿਗੁਰੂ ਜੀ ਦੇ ਦਰ ਘਰ ਵਿਖੇ ਜੋ ਇਤਿਹਾਸ ਦੀ ਲੜੀਵਾਰ ਕਥਾ ਵਿਚਾਰ ਚੱਲ ਰਹੀ ਹੈ, ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸੋਹਣਾ ਸੁੰਦਰ ਇਤਿਹਾਸ ਚੱਲਿਆ ਹੋਇਆ ਹੈ। ਸਤਿਗੁਰੂ ਜੀ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਵਿਰਾਜਦੇ ਹਨ। ਗੁਰੂ ਕੀਆਂ ਸੰਗਤਾਂ ਨੇ, ਵਿਦਵਾਨ ਸਿੱਖਾਂ ਨੇ ਕੁਝ ਪ੍ਰਸ਼ਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਸ ਕੀਤੇ ਤਾਂ ਸਤਿਗੁਰੂ ਜੀ ਨੇ ਆਗਿਆ ਕਰ ਦਿੱਤੀ, ਹੁਕਮ ਕਰ ਦਿੱਤਾ ਕਿ ਦਇਆ ਸਿੰਘ ਮਮ ਰੂਪ ਉਦਾਰਾ ਭਾਈ ਦਇਆ ਸਿੰਘ ਜੀ, ਇਹਨਾਂ ਨੂੰ ਸਾਡਾ ਹੀ ਸ੍ਰੇਸ਼ਟ ਸਰੂਪ ਕਰਕੇ ਗੁਰੂ ਕੀਆਂ ਸੰਗਤਾਂ ਨੇ ਜਾਣਨਾ ਔਰ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਪਿਆਰੇ ਭਾਈ ਦਇਆ ਸਿੰਘ ਜੀ ਦੇਣਗੇ। ਸਤਿਗੁਰੂ ਜੀ ਦਾ ਹੁਕਮ ਪਾ ਕੇ ਬੜੀ ਨਿਮਰਤਾ ਨਿਸ਼ਕਾਮਤਾ ਦੇ ਸਹਿਤ ਪਿਆਰੇ ਭਾਈ ਦਇਆ ਸਿੰਘ ਜੀ ਸੰਗਤਾਂ ਦੇ ਸਵਾਲਾਂ ਦੇ ਜਵਾਬ ਦੇ ਰਹੇ ਹੈ। ਸੋ ਵਿਦਾਂਤ ਮੁਤਾਬਕ ਆਤਮਾ ਪਰਮਾਤਮਾ ਦਾ ਮਿਲਾਪ ਕਿਵੇਂ ਹੋਵੇ, ਵੱਖਰਾਪਣ ਕਿਵੇਂ ਹੋਇਆ, ਦਵੈਤ ਕਿਵੇਂ ਪੈਦਾ ਹੋਈ ਤੇ ਏਕਤਾ ਕਿਵੇਂ ਹੋਵੇ, ਇਹ ਪਿੱਛੇ ਆਤਮ ਕਥਾ ਦੇ ਅਧਿਆਇਆਂ ਦੇ ਵਿੱਚ ਆਪਾਂ ਸਰਵਣ ਕੀਤਾ। ਫਿਰ ਨਰੋਲ ਵਿਦਾਂਤ ਵਿਚਾਰ ਔਰ ਇਸੇ ਪ੍ਰਕਾਰ ਯੋਗ ਦਾ ਵਰਣਨ ਇਹਨਾਂ ਬਾਕੀ ਮਤਾਂ ਮਤਾਂਤਰਾਂ ਦੇ ਨਿਯਮ ਦੱਸਣ ਤੋਂ ਉਪਰੰਤ ਪਿਆਰੇ ਭਾਈ ਦਇਆ ਸਿੰਘ ਜੀ ਗੁਰੂ ਕੀਆਂ ਸੰਗਤਾਂ ਨੂੰ ਗੁਰਸਿੱਖੀ ਦੇ ਨੇਮ ਦੱਸ ਰਹੇ ਹਨ, ਗੁਰਮਤਿ ਦੇ ਨਿਰਣੇ ਦ੍ਰਿੜ ਕਰਵਾ ਰਹੇ ਹਨ ਕਿ ਗੁਰਮਤਿ ਦੇ ਵਿੱਚ ਕਿਹੜੇ ਕਿਹੜੇ ਸਾਧਨ ਕਰਨ ਯੋਗ ਹੈ। ਸੋ ਸਤਿਗੁਰੂ ਕਿਸ ਨੂੰ ਕਿਹਾ ਜਾਂਦਾ ਹੈ ਔਰ ਸਤਿਗੁਰੂ ਦਾ ਉਪਦੇਸ਼ ਕੀ ਹੈ, ਉਪਦੇਸ਼ ਨੂੰ ਧਾਰਨ ਕਰਨ ਦਾ ਅਧਿਕਾਰੀ ਕੌਣ ਹੈ, ਕਿਸ ਤਰ੍ਹਾਂ ਗੁਰੂ ਕਾ ਸਿੱਖ ਸੇਵਾ ਕਮਾ ਸਕਦਾ ਹੈ ਔਰ ਨਿੱਤਾ ਪ੍ਰਤੀ ਦੇ ਨਿਯਮ, ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਕਰਨਾ, ਗੁਰੂ ਕੀ ਬਾਣੀ ਦੇ ਨਾਲ ਮਨ ਨੂੰ ਜੋੜਨਾ, ਹਮੇਸ਼ਾ ਧਰਮ ਦੀ ਕਿਰਤ ਕਰਨੀ, ਸੱਚ ਬੋਲਣਾ, ਸਬਰ ਸੰਤੋਖ ਦੇ ਧਾਰਨੀ ਹੋਣਾ ਔਰ ਜੋ ਤਿਆਗਣ ਯੋਗ ਕਰਮ ਹਨ ਵਜਰਕ ਰਹਿਤਾ ਉਹਨਾਂ ਤੋਂ ਬਚ ਕੇ ਰਹਿਣਾ, ਜੋ ਰਹਿਤਾਂ ਰੱਖਣ ਯੋਗ ਹੈ ਉਹਨਾਂ ਨਿਯਮਾਂ ਨੂੰ ਧਾਰਨ ਕਰਨਾ, ਖਿਮਾ ਦਾ ਗੁਣ ਧਾਰਨ ਕਰਨਾ, ਦਇਆ ਦਾ ਗੁਣ ਧਾਰਨ ਕਰਨਾ ਇਤਿਆਦਿਕ ਜਿਹੜਾ ਪ੍ਰਸੰਗ ਹੈ। ਕਿਸੇ ਨੂੰ ਕੌੜੇ ਬੋਲ ਨਹੀਂ ਬੋਲਣੇ, ਹਮੇਸ਼ਾ ਮਿੱਠਾ ਬੋਲਣਾ, ਇਹ ਆਪਾਂ ਬੀਤੇ ਕੱਲ੍ਹ ਸਰਵਣ ਕੀਤਾ ਸੀ। ਅੱਗੇ ਜਿਵੇਂ ਪਿਆਰੇ ਭਾਈ ਦਇਆ ਸਿੰਘ ਜੀ ਹੋਰ ਵਿਚਾਰਾਂ ਸੰਗਤ ਨੂੰ ਸਰਵਣ ਕਰਵਾ ਰਹੇ ਹੈ ਕਿ ਗੁਰੂ ਕਾ ਸਿੱਖ
ਕਿਸੇ ਡਿੱਗੇ ਢੱਠੇ ਨਿੰਦਕ ਦੀ ਸੰਗਤ ਦੇ ਵਿੱਚ ਨਾ ਬੈਸੇ, ਕਿਸੇ ਕੁਕਰਮੀ ਦੀ ਸੰਗਤ ਨਾ ਕਰੇ, ਸਗੋਂ ਗੁਰੂ ਕੇ ਸਿੱਖਾਂ ਦੀ ਸੰਗਤ ਹਮੇਸ਼ਾ ਕਰੇ ਤੇ ਸੰਗਤ ਦੀ ਪ੍ਰਾਪਤੀ ਵਾਸਤੇ ਗੁਰੂ ਚਰਨਾਂ ਵਿੱਚ ਅਰਦਾਸ ਕਰੇ। ਜਿਨ੍ਹਾਂ ਦਸੰਦੜਿਆਂ ਦੁਰਮਤ ਵੰਝੈ, ਮਿੱਤਰ ਅਸਾਡੜੇ ਸੇਈ, ਹਉ ਢੂਢੇਦੀ ਜਗ ਸਵਾਇਆ, ਜਨ ਨਾਨਕ ਵਿਰਲੇ ਕੇ। ਗੁਰੂ ਦੇ ਪਿਆਰਿਆਂ ਦੀ ਸੰਗਤ ਜੋ ਨਿੱਤਾ ਪ੍ਰਤੀ ਆਪਾਂ ਅਰਦਾਸ ਵਿੱਚ ਵੀ ਮੰਗਦੇ ਹਾਂ, ਅਰਦਾਸ ਦੀ ਸਮਾਪਤੀ 'ਤੇ ਕਿਸੇ ਵੀ ਕਾਰਜ ਵਾਸਤੇ ਅਰਦਾਸ ਕਰੀਏ, ਪਰ ਗੁਰਮੁਖਾਂ ਦਾ ਸੰਗ, ਸਾਧੂ ਦਾ ਸੰਗ, ਨਾਮ ਦਾ ਰੰਗ ਹਰ ਗੁਰੂ ਕਾ ਸਿੱਖ ਹਰ ਵੇਲੇ ਮੰਗਦਾ ਹੈ। ਅਰਦਾਸ ਦੀ ਸਮਾਪਤੀ ਦੇ ਇਹ ਬੋਲ ਸਤਿਗੁਰੂ ਜੀ ਦੇ ਇਸੇ ਸਿਧਾਂਤ ਨੂੰ ਦ੍ਰਿੜ ਕਰਵਾਉਂਦੇ ਹਨ। ਸੇਈ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ। ਹੇ ਵਾਹਿਗੁਰੂ ਸੱਚੇ ਪਾਤਸ਼ਾਹ, ਉਹਨਾਂ ਪਿਆਰਿਆਂ ਦਾ ਤੇਰੇ ਦਰ ਦੇ ਨਾਲ ਜੁੜਿਆ ਹੋਇਆਂ ਦਾ ਮੇਲ ਕਰਵਾਈ, ਜਿਨ੍ਹਾਂ ਨੂੰ ਮਿਲਣ ਕਰਕੇ ਤੇਰਾ ਨਾਮ ਚੇਤੇ ਆਵੇ, ਜਿਨ੍ਹਾਂ ਨੂੰ ਮਿਲਣ ਕਰਕੇ ਸਾਨੂੰ ਆਪਣੇ ਆਪੇ ਦਾ ਗਿਆਨ ਹੋਵੇ। ਅਸੀਂ ਅਸਲ ਵਿੱਚ ਕੀ ਹਾਂ, ਜਿਹੜਾ ਸਾਨੂੰ ਨਾਮ ਦੀ ਇੱਕ ਕਣੀ ਦੇ ਕੇ ਕਰੋੜਾਂ ਗੁਰਮੁਖਾਂ ਦਾ ਜਿਹੜਾ ਉਧਾਰ ਕਰ ਦੇਵੇ, ਐਸੇ ਸਾਧੂ ਮਹਾਂਪੁਰਖ ਦੀ ਸੰਗਤ ਬਖਸ਼ੀ। ਗੁਰਮੁਖ ਕੋਟ ਉਧਾਰ ਦਾ ਦੇ ਨਾਵੈ ਇੱਕ ਕਣੀ। ਐਸੇ ਮਹਾਂਪੁਰਖ ਜਿਨ੍ਹਾਂ ਦੇ ਇਹ ਸੰਸਾਰ ਦੇ ਵਿੱਚ ਆਉਣ ਨੂੰ ਧੰਨ ਕਿਹਾ ਹੈ, ਇਹ ਸੰਸਾਰ ਤੋਂ ਜਾਣ ਨੂੰ ਧੰਨ ਕਿਹਾ ਹੈ, ਉਹਨਾਂ ਨੂੰ ਜਨਮ ਦੇਣ ਵਾਲੇ ਕੁਲ ਨੂੰ ਧੰਨ ਕਿਹਾ ਹੈ, ਉਹਨਾਂ ਦੇ ਪਿਤਾ ਨੂੰ ਧੰਨ ਕਿਹਾ ਹੈ ਗੁਰਬਾਣੀ ਨੇ, ਉਹਨਾਂ ਦੀ ਮਾਤਾ ਨੂੰ ਵੀ ਧੰਨ ਕਿਹਾ ਹੈ। ਬਾਬਾ ਫਰੀਦ ਸਾਹਿਬ ਜੀ ਦੇ ਬਚਨ ਪੜ੍ਹੋ ਤੇ ਉਹ ਕਹਿੰਦੇ ਨੇ ਕਿ ਤਿੰਨ ਧੰਨ ਜਣੇਂਦੀ ਮਾਓ ਆਏ ਸਫਲ ਸੇ। ਉਹਨਾਂ ਨੂੰ ਜਨਮ ਦੇਣ ਵਾਲੀ ਮਾਤਾ ਧੰਨ ਹੈ, ਔਰ ਉਹਨਾਂ ਮਹਾਂਪੁਰਖਾਂ ਦਾ ਆਉਣਾ ਇਹ ਸੰਸਾਰ ਦੇ ਉੱਤੇ ਸਫਲਾ ਹੈ, ਜਿਨ੍ਹਾਂ ਦੀ ਸੰਗਤ ਦੇ ਵਿੱਚ ਜੁੜ ਕੇ ਕੋਈ ਗੁਰੂ ਦਾ ਪਿਆਰਾ ਗੁਰੂ ਦੇ ਨਾਲ ਜੁੜ ਜਾਂਦਾ ਹੈ, ਰੱਬ ਦੇ ਨਾਲ ਜੁੜ ਜਾਂਦਾ ਹੈ। ਸੋ ਐਸੇ ਮਹਾਂਪੁਰਖਾਂ ਦੀ ਸੰਗਤ ਗੁਰੂ ਕੇ ਸਿੱਖ ਨੂੰ ਕਰਨੀ ਚਾਹੀਦੀ ਹੈ। ਜੋ ਉਪਦੇਸ਼ ਪਿਆਰੇ ਭਾਈ ਦਇਆ ਸਿੰਘ ਜੀ ਗੁਰੂ ਕਾ ਉਪਦੇਸ਼ ਸੰਗਤਾਂ ਨੂੰ ਦੱਸ ਰਹੇ ਹਨ, ਆਓ ਇਤਿਹਾਸ ਦੀ ਲੜੀ ਨੂੰ ਅੱਗੇ ਤੋਰਦਿਆਂ ਹੋਇਆਂ ਪਿਆਰ ਨਾਲ ਸਰਵਣ ਕਰੀਏ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਜਨ ਸੁਜੀਲ ਕੀ ਸੰਗਤ ਕਰੀਏ। ਪਿਆਰੇ ਭਾਈ ਦਇਆ ਸਿੰਘ ਜੀ ਕਹਿੰਦੇ ਕਿ ਖਾਲਸਾ ਜੀ ਹਮੇਸ਼ਾ ਜਿਹੜਾ ਜਨ ਹੈ, ਰੱਬ ਦਾ ਪਿਆਰਾ ਹੈ, ਸੇਵਕ ਹੈ ਔਰ ਸ਼ੀਲ ਸੁਭਾਅ ਵਾਲਾ ਹੈ, ਠੰਡੇ ਸੁਭਾਅ ਵਾਲਾ ਹੈ, ਸ਼ਾਂਤ ਆਤਮਾ ਵਾਲਾ ਸੰਤ ਹੈ। ਐਸੇ ਗੁਰੂ ਦੇ ਪਿਆਰਿਆਂ ਦੀ ਹਮੇਸ਼ਾ ਸੰਗਤ ਕਰਨੀ ਚਾਹੀਦੀ ਹੈ। ਦੁਰਜਨਾਂ ਦੀ ਸੰਗਤ ਨਹੀਂ, ਭੈੜੇ ਮਨੁੱਖਾਂ ਦੀ ਸੰਗਤ ਨਹੀਂ ਕਰਨੀ ਚਾਹੀਦੀ। ਜਿਹੜੇ ਰੱਬ ਦੇ ਪਿਆਰੇ ਹਨ ਉਹਨਾਂ ਦੀ ਸੰਗਤ ਕਰੀਏ ਹਮੇਸ਼ਾ। ਔਰ ਐਸੇ ਉਹ ਰੱਬ ਦੇ ਪਿਆਰੇ ਹੁੰਦੇ ਹੈ ਜਿਨ੍ਹਾਂ ਨੂੰ ਮਿਲਣੇ ਕਰਕੇ, ਜਿਨ੍ਹਾਂ ਦੀ ਸੰਗਤ ਵਿੱਚ ਜਾ ਕੇ ਔਗਣਾਂ ਨੂੰ ਪਰਹਰੀਏ, ਔਗਣਾਂ ਨੂੰ ਛੱਡ ਦੇਈਦਾ ਹੈ, ਔਗਣ ਕੱਢ ਦਿੰਦੇ ਹਨ ਸਰੀਰ ਦੇ ਵਿੱਚੋਂ, ਇਹ ਸਾਡੇ ਮਨ ਦੇ ਵਿੱਚੋਂ ਹਰ ਪ੍ਰਕਾਰ ਦੇ ਔਗਣਾਂ ਦਾ ਵਿਨਾਸ਼ ਸਾਧੂ ਦੀ ਸੰਗਤ ਕੀਤਿਆਂ ਹੁੰਦਾ। ਅਤੇ ਜਿੱਥੇ ਪਿਆਰੇ ਭਾਈ ਦਇਆ ਸਿੰਘ ਜੀ ਇਹ ਸਾਧੂਆਂ ਮਹਾਤਮਾ ਗੁਰੂ ਕੇ ਜੀਵਨ ਵਾਲੇ ਸਿੱਖਾਂ ਦੀ ਸੰਗਤ ਦੀ ਗੱਲ ਕਰ ਰਹੇ ਹੈ, ਉੱਥੇ ਗੁਰੂ ਕੇ ਪਿਆਰਿਓ ਅੱਜ ਦਾ ਜਿਹੜਾ ਦਿਨ ਹੈ ਇਹ ਸਿੱਖ ਇਤਿਹਾਸ ਦੇ ਵਿੱਚ ਇੱਕ ਵਿਸ਼ੇਸ਼ ਰੁਤਬਾ, ਵਿਸ਼ੇਸ਼ ਜਗ੍ਹਾ ਰੱਖਦਾ ਹੈ। ਇਤਿਹਾਸਕ ਦਿਨ ਚੱਲ ਰਹੇ ਆ, ਸਾਰਾ ਇਹ ਸ਼ਹੀਦੀ ਹਫ਼ਤਾ ਆਪਾਂ ਜਿਹਨੂੰ ਕਹਿ ਸਕਦੇ ਹਾਂ ਜੂਨ 1984 ਦਾ, ਜੋ ਬਹੁਤ ਵੱਡਾ ਘੱਲੂਘਾਰਾ ਸਿੱਖ ਕੌਮ ਦੇ ਉੱਤੇ ਭਾਰਤੀ ਹਕੂਮਤ, ਹਿੰਦ ਹਕੂਮਤ ਦੇ ਵੱਲੋਂ ਸਿੱਖਾਂ ਨੂੰ ਸਬਕ ਸਿਖਾਉਣ ਦੇ ਲਈ ਕਿ ਇਹ ਰਾਜ ਕਰੇਗਾ ਖਾਲਸਾ ਕਹਿਣਾ ਭੁੱਲ ਜਾਣ, ਇਹ ਆਪਣੇ ਹੱਕਾਂ ਦੀ ਗੱਲ ਨਾ ਕਰਨ। ਸੋ ਸਿੱਖ ਕੌਮ ਨੂੰ ਆਪਣੀ ਜੁੱਤੀ ਥੱਲੇ ਰੱਖਣ ਦੇ ਲਈ ਇਸ ਸ਼ਹੀਦੀ ਹਫ਼ਤੇ ਦੇ ਵਿੱਚ 1984 ਦੇ ਸਾਲ ਵਿੱਚ 1 ਜੂਨ ਤੋਂ ਲੈ ਕੇ, ਜਿਹਦੀ ਤਿਆਰੀ ਬਹੁਤ ਪਹਿਲਾਂ ਤੋਂ ਕਰ ਲਈ ਗਈ ਸੀ,
ਇਹ ਬਹੁਤ ਵੱਡਾ ਘੱਲੂਘਾਰਾ ਸਿੱਖ ਕੌਮ ਦੇ ਉੱਤੇ ਵਰਤਾਇਆ ਗਿਆ। ਹਜ਼ਾਰਾਂ ਬੇਦੋਸ਼ੇ ਸਿੰਘਾਂ ਸਿੰਘਣੀਆਂ ਬਜ਼ੁਰਗਾਂ ਬੱਚੇ ਬੱਚੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ, ਸਿਰਫ ਇੱਕ ਬਹਾਨੇਬਾਜ਼ੀ ਕਰਕੇ ਕਿ ਅਸੀਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਦਮਦਮੀ ਟਕਸਾਲ ਦੇ 14ਵੇਂ ਮੁਖੀ ਨੂੰ ਗ੍ਰਿਫਤਾਰ ਕਰਨਾ ਹੈ। ਔਰ ਜਾਣ ਬੁੱਝ ਕੇ ਸਤਿਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸ਼ਹੀਦੀ ਦਿਹਾੜੇ ਦੇ ਦਿਨਾਂ ਨੂੰ ਇਹਨਾਂ ਦੀ ਚੋਣ ਕੀਤੀ ਗਈ, ਇਹਨਾਂ ਦਿਨਾਂ ਦੀ, ਇਸ ਹਫ਼ਤੇ ਦੀ, ਕਿਉਂਕਿ ਹਿੰਦ ਹਕੂਮਤ ਜਾਣਦੀ ਸੀ ਕਿ ਬਹੁਤ ਸਾਰੀਆਂ ਸਿੱਖ ਸੰਗਤਾਂ ਨੇ ਸ਼ਰਧਾ ਭਾਵਨਾ ਦੇ ਨਾਲ ਪਹੁੰਚਣਾ ਹੈ ਤੇ ਇਸ ਕਰਕੇ ਵੱਧ ਤੋਂ ਵੱਧ ਸਿੱਖਾਂ ਦਾ ਕਤਲੇਆਮ ਕੀਤਾ ਜਾ ਸਕੇ ਬਹਾਨੇਬਾਜ਼ੀ ਕਰਕੇ। ਇਸ ਕਰਕੇ ਇਹਨਾਂ ਦਿਨਾਂ ਦੇ ਵਿੱਚ ਇਹ ਸ਼ਹੀਦੀ ਘੱਲੂਘਾਰਾ ਵਾਪਰਿਆ ਤੇ ਇਸ ਸ਼ਹੀਦੀ ਘੱਲੂਘਾਰੇ ਦੇ ਜੋ ਕੇਂਦਰ ਬਿੰਦੂ ਹਨ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ, ਜਿਨ੍ਹਾਂ ਦੇ ਦੁਆਲੇ ਇਹ ਸਾਰਾ ਇਤਿਹਾਸ ਘੁੰਮਦਾ ਹੈ, ਜਿਨ੍ਹਾਂ ਦੀ ਮਿਕਨਾਤੀਸੀ ਸ਼ਖਸੀਅਤ, ਜਿਨ੍ਹਾਂ ਦੀ ਐਸੀ ਖਿੱਚ ਪਾਉਣ ਵਾਲੀ ਸ਼ਖਸੀਅਤ ਸੀ ਕਿ ਬਹੁਤ ਵੱਡੇ ਵੱਡੇ ਵਕੀਲ ਕਹਾਉਣ ਵਾਲੇ, ਪੱਤਰਕਾਰ ਕਹਾਉਣ ਵਾਲੇ, ਧਰਮਾਂ ਦੇ ਮੁਖੀ ਕਹਾਉਣ ਵਾਲੇ ਵੀ ਜਿਨ੍ਹਾਂ ਦੇ ਸਾਹਮਣੇ ਆ ਕੇ ਨਿਰੁੱਤਰ ਹੋ ਜਾਂਦੇ ਸਨ। ਸੋ ਉਹਨਾਂ ਮਹਾਂਪੁਰਖਾਂ ਨੂੰ ਖਤਮ ਕਰਨ ਦੀਆਂ ਚਾਲਾਂ ਹਿੰਦ ਹਕੂਮਤ ਨੇ ਚੱਲੀਆਂ, ਕੁਝ ਆਪਣਿਆਂ ਨੇ ਗਦਾਰੀ ਕੀਤੀ ਤੇ ਇਹ ਸਾਰਾ ਰਲ ਮਿਲ ਕੇ ਜਿਹੜਾ ਇਹ ਖਤਰਨਾਕ ਖੇਲ ਖੇਲਿਆ ਗਿਆ, ਖਤਰਨਾਕ ਗੇਮ ਖੇਡੀ ਗਈ। ਜੂਨ 1984 ਦੇ ਵਿੱਚ ਇਹ ਜਿਹੜਾ ਬਹੁਤ ਭਿਆਨਕ ਕਤਲੇਆਮ ਸਿੱਖ ਕੌਮ ਦਾ ਕੀਤਾ ਗਿਆ। ਸੋ ਜਿੱਥੇ ਇਹ ਸ਼ਹੀਦੀ ਹਫ਼ਤਾ ਚੱਲ ਰਿਹਾ ਹੈ, ਸ਼ਹੀਦੀ ਦਿਹਾੜੇ ਚੱਲ ਰਹੇ ਹੈ, ਉੱਥੇ ਨਾਲ ਹੀ ਅੱਜ ਦਾ ਦਿਨ ਇੱਕ ਹੋਰ ਵੀ ਵਿਸ਼ੇਸ਼ਤਾ ਰੱਖਦਾ ਹੈ 2 ਜੂਨ ਦਾ, ਕਿਉਂਕਿ ਅੱਜ ਦੇ ਦਿਨ ਹੀ 2 ਜੂਨ 1947 ਨੂੰ ਕੌਮ ਦੇ ਉਸ ਮਹਾਨ ਸੂਰਬੀਰ ਯੋਧੇ, ਸੰਤ ਸਿਪਾਹੀ, ਜਰਨੈਲਾਂ ਦੇ ਜਰਨੈਲ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ ਜਨਮ ਹੋਇਆ। ਸੋ ਅੱਜ ਦਾ ਦਿਨ ਸਿੱਖ ਕੌਮ ਵਾਸਤੇ ਬਹੁਤ ਵਿਸ਼ੇਸ਼ਤਾ ਵਾਲਾ ਦਿਨ ਹੈ, ਕਿਉਂਕਿ ਇਸ ਦਿਨ ਕੌਮ ਦੀ ਇੱਕ ਵੱਡੀ ਸ਼ਖਸੀਅਤ ਇਸ ਦੁਨੀਆ ਦੇ ਉੱਤੇ ਆ ਕੇ ਪ੍ਰਗਟ ਹੋਈ ਹੈ। ਬਹੁਤ ਮੁੱਦਤਾਂ ਬੀਤ ਜਾਣ ਤੋਂ ਬਾਅਦ, ਬਹੁਤ ਸਦੀਆਂ ਬੀਤ ਜਾਣ ਤੋਂ ਬਾਅਦ ਕਦੇ-ਕਦੇ ਐਸੇ ਕੌਮਾਂ ਦੇ ਵਿੱਚ ਜਰਨੈਲ ਪੈਦਾ ਹੁੰਦੇ ਆ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਵਰਗੇ, ਨਹੀਂ ਤਾਂ ਹਜ਼ਾਰਾਂ ਸਾਲ ਕਿਸੇ ਵਿਦਵਾਨ ਦਾ ਕਥਨ ਹੈ ਕਿ ਹਜ਼ਾरों साल नरगिस अपनी बेनूरी पे रोती है, बड़ी मुश्किल से होता है चमन में दीदावर पैदा। ਹਜ਼ਾਰਾਂ ਸਾਲਾਂ ਦੇ ਵਕਫੇ ਤੋਂ ਬਾਅਦ, ਖਲਾ ਤੋਂ ਬਾਅਦ ਕਦੇ-ਕਦੇ ਵਡਭਾਗੀਆਂ ਕੌਮਾਂ ਦੇ ਵਿੱਚ ਐਸੇ ਸੂਰਬੀਰ ਯੋਧੇ ਜਨਮ ਲੈਂਦੇ ਹੈ ਤੇ ਉਹ 2 ਜੂਨ ਦਾ ਦਿਨ 1947 ਦਾ ਦਿਨ। ਸੋ ਮਹਾਂਪੁਰਖਾਂ ਨੇ ਸਤਿਕਾਰਯੋਗ ਬਾਬਾ ਜੋਗਿੰਦਰ ਸਿੰਘ ਜੀ ਦੇ ਘਰ ਸਤਿਕਾਰਯੋਗ ਮਾਤਾ ਨਿਹਾਲ ਕੌਰ ਜੀ ਦੀ ਪਵਿੱਤਰ ਕੁੱਖ ਤੋਂ ਜਨਮ ਲਿਆ ਔਰ ਜਨਮ ਲੈ ਕੇ ਜੋ ਦੁਨੀਆ ਦੇ ਵਿੱਚ ਆ ਕੇ ਮਹਾਨ ਕਾਰਜ ਕੀਤੇ, ਅਨੇਕਾਂ ਲੋਕਾਂ ਨੂੰ ਧਰਮ ਦੇ ਨਾਲ ਜੋੜਿਆ, ਅੰਮ੍ਰਿਤ ਸੰਚਾਰ ਦੀ ਲਹਿਰ ਚਲਾਈ, ਕਥਾ ਕੀਰਤਨ ਕੀਤਾ ਔਰ ਪਹਿਲਾਂ ਆਪ ਬਹੁਤ ਹੀ ਦ੍ਰਿੜ ਸਾਧਨਾ ਸਾਧੀ, ਕਠਨ ਤਪੱਸਿਆ ਸਾਧੀ, 45 ਦਿਨਾਂ ਦੇ ਜਾਪ ਘਰ ਦੇ ਵਿੱਚ ਹੀ ਰੱਖ ਲੈਣੇ ਮਹਾਂਪੁਰਖਾਂ ਨੇ। ਔਰ ਬਚਪਨ ਤੋਂ ਹੀ, ਕਿਉਂਕਿ ਸਾਰਾ ਪਰਿਵਾਰ ਗੁਰਸਿੱਖੀ ਵਿਰਾਸਤ ਦੇ ਵਿੱਚ ਮਿਲੀ ਹੋਈ ਸੀ, ਪਰਿਵਾਰ ਦਮਦਮੀ ਟਕਸਾਲ ਦੇ ਮਹਾਂਪੁਰਖਾਂ ਦੇ ਨਾਲ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਜੁੜਿਆ ਹੋਇਆ ਸੀ। ਥੋੜ੍ਹਾ ਜਿਹਾ ਆਪਾਂ ਵਿਸਥਾਰ ਦੇ ਵਿੱਚ ਮਹਾਂਪੁਰਖਾਂ ਦੇ ਜੀਵਨ ਨੂੰ ਲੈ ਲਈਏ, ਕਿਉਂਕਿ ਲੜੀਵਾਰ ਕਥਾ ਤਾਂ ਰੋਜ਼ਾਨਾ ਚੱਲਦੀ ਰਹਿਣੀ ਹੈ। ਸੋ ਇਸ ਲੜੀਵਾਰ ਕਥਾ ਨੂੰ ਵੀ ਆਪਾਂ ਅਗਾਂਹ ਤੋਰਨਾ ਨਾਲ ਤੇ ਜਿੰਨੀ ਕੁ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਦੇ ਆ ਜਾਂ ਉਹ ਮਹਾਂਪੁਰਖ ਆਪ ਕਿਰਪਾ ਕਰਕੇ ਆਪਣੇ ਜੀਵਨ ਦੀ ਬਾਬਤ ਕੋਈ ਵਿਚਾਰਾਂ ਕਰਵਾਉਣਗੇ। ਸੋ ਆਪਾਂ ਬੜੇ ਪਿਆਰ ਦੇ ਨਾਲ ਸਰਵਣ ਕਰੀਏ।
20ਵੀਂ ਸਦੀ ਦੇ ਮਹਾਨ ਸਿੱਖ ਜਰਨੈਲ, ਮਹਾਨ ਸਿੱਖ ਯੋਧੇ ਦਾ ਜਿਨ੍ਹਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਰੁਤਬਾ ਮਾਣ ਹਾਸਲ ਹੈ। ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਕੋਈ ਰੁਤਬਾ ਮਿਲ ਜਾਣਾ, ਕੋਈ ਉੱਥੋਂ ਬਖਸ਼ਿਸ਼ ਹੋ ਜਾਣੀ, ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਇਹ ਕੋਈ ਛੋਟੀ ਗੱਲ ਨਹੀਂ ਹੈ। ਦੁਨੀਆ ਦੇ ਵਿੱਚ ਇਸ 20ਵੀਂ ਸਦੀ ਦੇ ਵਿੱਚ ਦੁਨੀਆ ਭਰ ਵਿੱਚ ਬੜੇ ਸਿੱਖ ਹੋਏ ਹੈ, ਪਰ ਉਹਨਾਂ ਸਾਰੇ ਸਿੱਖਾਂ ਦੇ ਵਿੱਚੋਂ ਜੇ ਕਿਸੇ ਨੂੰ ਮਹਾਨ ਸਿੱਖ ਹੋਣ ਦਾ, ਮਹਾਨ ਸੰਤ ਸਿਪਾਹੀ ਹੋਣ ਦਾ, ਮਹਾਨ ਸਿੱਖ ਜਰਨੈਲ ਹੋਣ ਦਾ ਮਾਣ ਮਿਲਿਆ ਤਾਂ ਉਹ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਨੂੰ ਮਿਲਿਆ ਹੈ। ਬਾਬਾ ਬੰਦਾ ਸਿੰਘ ਜੀ ਬਹਾਦਰ ਤੋਂ ਬਾਅਦ ਆਪਾਂ ਕਹਿ ਸਕਦੇ ਹਾਂ ਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਸਿੱਖ ਪੰਥ ਦੀ ਇੱਕ ਵੱਡੀ ਸ਼ਖਸੀਅਤ ਸਨ। ਜਿਵੇਂ ਬਾਬਾ ਬੰਦਾ ਸਿੰਘ ਜੀ ਬਹਾਦਰ ਸਨ, ਉਹਨਾਂ ਨੇ ਵੀ ਸਿੱਖ ਰਾਜ ਦੇ ਵਾਸਤੇ ਬਹੁਤ ਘਾਲਣਾ ਘਾਲੀ, ਸਿੱਖ ਰਾਜ ਕਾਇਮ ਕੀਤਾ। ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨਾਂ ਨੂੰ ਪੁਗਾਇਆ, ਦੁਸ਼ਟਾਂ ਨੂੰ ਸਜ਼ਾਵਾਂ ਦਿੱਤੀਆਂ ਤੇ ਉਹਨਾਂ ਨਕਸ਼ੇ ਕਦਮਾਂ ਦੇ ਉੱਤੇ ਕਲਗੀਧਰ ਜੀ ਦੇ ਲਾਡਲੇ ਸੁਪੁੱਤਰ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਵੀ ਚੱਲੇ। ਕਹਿਣ ਨੂੰ ਆਪਾਂ ਨੂੰ ਕਹਿਣਾ ਪਵੇਗਾ ਕਿ ਬਾਬਾ ਜੋਗਿੰਦਰ ਸਿੰਘ ਜੀ ਦੇ ਘਰ ਮਾਤਾ ਨਿਹਾਲ ਕੌਰ ਜੀ ਦੀ ਕੁੱਖ ਤੋਂ ਮਹਾਂਪੁਰਖਾਂ ਦਾ ਜਨਮ ਹੋਇਆ, ਪਰ ਗੁਰਮੁਖ ਪਿਆਰਿਓ ਜੇ ਉਹਨਾਂ ਦੇ ਜੀਵਨ ਦੇ ਵੱਲ ਵੇਖੀਏ, ਖਾਲਸਾ ਜੀਵਨ ਉਹਨਾਂ ਦਾ ਜੋ ਸੰਤ ਸਿਪਾਹੀ ਵਾਲਾ ਜੀਵਨ, ਜਿਸ ਪ੍ਰਕਾਰ ਦਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਖਾਲਸਾ ਸਿਰਜਿਆ ਸੀ, ਇੱਕ ਵੀ ਗੁਣ ਮਹਾਂਪੁਰਖਾਂ ਦੇ ਜੀਵਨ ਵਿੱਚ ਉਹਦੇ ਤੋਂ ਘੱਟ ਨਹੀਂ ਹੈ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਉ ਕਰੂੰ ਨਿਵਾਸ, ਖਾਲਸਾ ਮੇਰੋ ਮੁਖ ਹੈ ਅੰਗਾ, ਹਉ ਖਾਲਸੇ ਕੇ ਸਤ ਸਤ ਸੰਗਾ, ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰੋ ਪਿੰਡ ਪ੍ਰਾਨ, ਖਾਲਸਾ ਮੇਰੋ ਇਸ਼ਟ ਸੁਹਿਰਦ, ਖਾਲਸਾ ਮੇਰੋ ਕਹੀਅਤ ਬਿਰਦ। ਉਹ ਸੁਹਿਰਦ ਸੰਤ ਖਾਲਸਾ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ ਕਲਗੀਧਰ ਦਸ਼ਮੇਸ਼ ਪਿਤਾ ਜੀ ਦੇ ਲਾਡਲੇ ਸੁਪੁੱਤਰ ਸਨ। ਸਤਿਗੁਰੂ ਜੀ ਦੇ ਇਸ ਲਾਡਲੇ ਸਪੂਤ ਦਾ ਜਨਮ ਬੈਰਾੜ ਕੁਲ ਦੇ ਵਿੱਚ ਹੋਇਆ ਤੇ ਬੈਰਾੜ ਕੁਲ, ਬੈਰਾੜ ਵੰਸ਼ ਮਾਲਵਾ ਦੇਸ਼ ਦੇ ਵਿੱਚ ਗੁਰਮੁਖ ਪਿਆਰਿਓ ਉਹ ਕੁਲ ਹੈ, ਉਹ ਵੰਸ਼ ਹੈ ਜਿਨ੍ਹਾਂ ਦੀ ਧਾਕ, ਜਿਨ੍ਹਾਂ ਦੇ ਲੋਹੇ ਨੂੰ ਔਰੰਗਜ਼ੇਬ ਵਰਗਾ ਬਾਦਸ਼ਾਹ ਵੀ ਮੰਨਦਾ ਸੀ। ਚੱਕਰਵਰਤੀ ਸਮਰਾਟ ਭੱਟੀਆਂ ਦੇ, ਭਟਨੇਰ ਦੇ ਰਾਜੇ ਵਰਗਿਆਂ ਨੂੰ ਵੀ ਜਿਨ੍ਹਾਂ ਦੀ ਵੰਸ਼ ਦੇ ਲੋਕਾਂ ਨੇ ਹਰਾਇਆ, ਇੱਥੋਂ ਭਜਾਇਆ। ਮੁਹੰਮਦ ਤੁਗਲਕ ਜਿਨ੍ਹਾਂ ਤੋਂ ਡਰਦਾ ਦੌੜ ਗਿਆ ਸੀ, ਸੋ ਬਾਅਦ ਵਿੱਚ ਜਦੋਂ ਬਾਬਰ ਚੜ੍ਹਾਈ ਕਰਕੇ ਆਉਂਦਾ ਹੈ ਤਾਂ ਉਸ ਵੇਲੇ ਇਹ ਬੈਰਾੜ ਕੁਲ ਦੇ ਰਾਜਿਆਂ ਨੇ ਤੇ ਫਿਰ ਚੰਗਾ ਮੌਕਾ ਤਾੜ ਕੇ ਤੇ ਆਪਣਾ ਰਾਜ ਭਾਗ ਮਾਲਵੇ ਦੇ ਵਿੱਚ ਕਾਇਮ ਕਰ ਲਿਆ ਸੀ। ਬਠਿੰਡੇ ਨੂੰ ਆਪਣੀ ਰਾਜਧਾਨੀ ਬਣਾਇਆ ਔਰ ਬੈਰਾੜਾਂ ਦਾ ਇਹ ਦੇਸ਼, ਬੈਰਾੜਾਂ ਦੀ ਹਕੂਮਤ ਪੂਰੇ ਮਾਲਵਾ ਦੇਸ਼ ਦੇ ਵਿੱਚ ਇੰਨੀ ਧਾਂਗ ਸੀ ਕਿ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਦੀਨਾ ਕਾਂਗੜ ਦੀ ਧਰਤੀ ਤੋਂ ਔਰੰਗਜ਼ੇਬ ਬਾਦਸ਼ਾਹ ਨੂੰ ਜਿੱਤ ਦੀ ਚਿੱਠੀ ਜ਼ਾਫਰਨਾਮਾ ਲਿਖਿਆ ਨਾ, ਉਹਦੇ ਵਿੱਚ ਵੀ ਸਤਿਗੁਰੂ ਜੀ ਨੇ ਵਿਸ਼ੇਸ਼ ਕਰਕੇ ਜ਼ਿਕਰ ਕੀਤਾ ਹੈ। ਹਮ ਹੈ ਕੌਮ ਬੈਰਾੜ ਹੁਕਮ ਮਰਾਸਤ। ਸਤਿਗੁਰ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਆ, ਕਹਿੰਦੇ ਔਰੰਗਜ਼ੇਬ ਜੇ ਤੂੰ ਸਾਨੂੰ ਮਿਲਣਾ ਚਾਹੁੰਦਾ ਹੈ ਤਾਂ ਮਾਲਵੇ ਦੇਸ਼ ਦੇ ਵਿੱਚ ਆ ਜਾ, ਤੇ ਜੇ ਤੇਰੇ ਮਨ ਦੇ ਵਿੱਚ ਇਹ ਡਰ ਹੋਵੇ ਵੀ ਬੈਰਾੜਾਂ ਨੇ ਮੈਨੂੰ ਉੱਥੇ ਵੱਢ ਸੁੱਟਣਾ ਹੈ, ਕਿਉਂਕਿ ਬੈਰਾੜਾਂ ਦੀ ਧਾਕ ਬਹੁਤ ਸੀ, ਤੇ ਕਹਿੰਦੇ ਇਹ ਐਸਾ ਤੂੰ ਕੋਈ ਫਿਕਰ ਨਾ ਕਰ, ਕਿਉਂਕਿ ਸਾਰੀ ਬੈਰਾੜ ਕੌਮ ਮੇਰੇ ਕਹਿਣੇ ਵਿੱਚ ਹੈ, ਮੇਰੇ ਹੁਕਮ ਦੇ ਵਿੱਚ ਹੈ। ਇਸ ਕਰਕੇ ਤੂੰ ਆਪਣੀ ਸੁਰੱਖਿਆ ਦਾ ਕੋਈ ਫਿਕਰ ਨਾ ਕਰ, ਤੇਰੀ ਸੁਰੱਖਿਆ ਅਸੀਂ ਯਕੀਨੀ ਬਣਾਉਂਦੇ ਆ। ਤੂੰ ਸਾਡੇ ਕੋਲ ਆ, ਸਾਹਮਣੇ ਬੈਠ, ਤੇ ਸਾਹਮਣੇ ਬੈਠ ਕੇ ਤੇਰੇ ਪਾਪਾਂ ਦਾ ਕੱਚਾ ਚਿੱਠਾ ਅਸੀਂ ਤੇਰੇ ਸਾਹਮਣੇ ਖੋਲ ਕੇ ਦੱਸਾਂਗੇ ਕਿ ਤੂੰ ਔਰੰਗਜ਼ੇਬ ਨਹੀਂ, ਨਾਂ ਦਾ ਹੀ ਔਰੰਗਜ਼ੇਬ ਹੈ, ਤੂੰ ਤਖਤ ਦੀ ਸ਼ੋਭਾ ਨਹੀਂ ਹੈ, ਤੇਰੇ ਕਰਮ ਕਿੰਨੇ ਮਾੜੇ ਹੈ, ਤੇ ਫਿਰ ਬੈਠ ਕੇ ਤੂੰ ਸਾਹਮਣੇ ਬਹਿ ਕੇ ਮਾਫੀ ਮੰਗ ਕੇ ਜਾਈਂ। ਸਤਿਗੁਰੂ ਨੇ ਇਹ ਜ਼ਫਰਨਾਮੇ ਦੇ ਵਿੱਚ ਜ਼ਿਕਰ ਕੀਤਾ ਹੈ ਕਿ ਸਾਰੀ ਬੈਰਾੜ ਕੌਮ ਮੇਰੇ ਹੁਕਮ ਵਿੱਚ ਹੈ। ਤਾਂ ਹੀ ਜ਼ਿਕਰ ਕਰਨਾ ਪਿਆ ਨਾ ਵੀ ਜੇ ਬੈਰਾੜਾਂ ਤੋਂ ਉਹ ਔਰੰਗਜ਼ੇਬ ਡਰਦਾ ਸੀ। ਸੋ ਇਹ ਬੈਰਾੜ ਕੌਮ ਜਿਹੜੀ ਆ ਗੁਰਮੁਖ ਪਿਆਰਿਓ, ਇਹਦੇ ਪਿਛੋਕੜ ਦੇ ਵੱਲ ਜਾਈਏ ਤੇ 200 ਸੰਮਤ ਤੱਕ ਦਾ ਇਤਿਹਾਸ ਜਿਹੜਾ ਇਹਨਾਂ ਦਾ ਮਿਲ ਜਾਂਦਾ ਹੈ। ਰਾਜੇ ਸਲਵਾਨ ਤੋਂ ਲੈ ਕੇ ਰਾਜਾ ਰਸਾਲੂ, ਰਾਜਾ ਬੁਲੰਦ,
ਸੋ ਇਸੇ ਤਰ੍ਹਾਂ ਮਹਾਰਾਜ ਭੱਟੀ, ਰਾਜਾ ਦੇਵਰਾਜ, ਰਾਜਾ ਜੈਸਲ ਰਾਓ, ਹੇਮ ਰਾਓ, ਜੁੰਦਰ ਰਾਓ, ਬਟੀ ਰਾਏ, ਮੰਗਲ ਰਾਓ, ਆਨੰਦ ਰਾਏ, ਖੀਵਾ ਰਾਏ ਇਤਿਆਦਿਕ ਰਾਜੇ ਇਸ ਬਰਾੜ ਕੁਲ ਦੇ ਵਿੱਚ ਹੋਏ ਹੈ। ਬਰਾੜ ਕੁਲ ਦੇ ਵਿੱਚ ਖੀਵਾ ਰਾਏ ਦਾ ਪੁੱਤਰ ਹੋਇਆ ਅੱਗੇ ਸਿੱਧੂ ਰਾਏ, ਤੇ ਇਹਦੀ 10ਵੀਂ ਜਿਹੜੀ ਪੁਸ਼ਤ ਸੀ ਉਹਦੇ ਵਿੱਚ ਸਾਧ ਸੰਗਤ ਜੀ ਹਮੀਰਾ ਰਾਏ ਇੱਕ ਰਾਜਾ ਹੋਇਆ। ਸੋ ਇਹਨਾਂ ਨੇ ਆਪਣਾ ਰਾਜ ਭਾਗ ਮਾਲਵੇ ਦੇਸ਼ ਦੇ ਵਿੱਚ ਕਾਇਮ ਕੀਤਾ। ਮੈਂ ਥੋੜਾ ਜਿਹਾ ਮਹਾਂਪੁਰਖਾਂ ਦੇ ਜੀਵਨ ਤੇ ਹੀ ਆਉਣਾ ਹੈ, ਪਰ ਜਿਸ ਕੁਲ ਦੇ ਵਿੱਚ ਮਹਾਂਪੁਰਖਾਂ ਦਾ ਜਨਮ ਹੋਇਆ, ਕਿਉਂਕਿ ਗੁਰਬਾਣੀ ਉਸ ਕੁਲ ਨੂੰ ਵੀ ਧਨ ਕਹਿੰਦੀ ਹੈ। ਧਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਨ ਆਵਨ ਕਾ ਇਹ ਸੁਆਓ, ਜਨ ਕੈ ਸੰਗ ਚਿੱਤ ਆਵੈ ਨਾਉ। ਜਿਸ ਰੱਬ ਦੇ ਪਿਆਰੇ ਦੇ ਆਉਣ ਦੇ ਨਾਲ ਰੱਬ ਦਾ ਨਾਮ ਚੇਤੇ ਆਉਂਦਾ ਹੈ, ਐਸੇ ਮਹਾਂਪੁਰਖ ਦਾ ਸੰਸਾਰ ਦੇ ਵਿੱਚ ਪ੍ਰਗਟ ਹੋਣਾ। ਤੇ ਗੁਰੂ ਕੀ ਬਾਣੀ ਦੇ ਬਚਨ ਹਨ, ਧਨ ਸੋ ਵੰਸ, ਧਨ ਸੋ ਪਿਤਾ, ਧਨ ਸੋ ਮਾਤਾ, ਜਿਨ ਜਨ ਜਣੇ। ਕਹਿੰਦੇ ਉਹ ਕੁਲ ਵੀ ਧਨਤਾ ਦੇ ਯੋਗ ਹੈ, ਉਹ ਪਿਤਾ ਵੀ ਧਨਤਾ ਦੇ ਯੋਗ ਹੈ। ਪਿਤਾ ਜੀ ਦਾ ਨਾਮ ਆਪਾਂ ਲੈ ਲਿਆ ਬਾਬਾ ਜੋਗਿੰਦਰ ਸਿੰਘ ਜੀ, ਜਥੇਦਾਰ ਬਾਬਾ ਜੋਗਿੰਦਰ ਸਿੰਘ ਜੀ ਧਨਤਾ ਦੇ ਯੋਗ ਹਨ। ਸਤਿਕਾਰਯੋਗ ਮਾਤਾ ਨਿਹਾਲ ਕੌਰ ਜੀ, ਜਿਨ੍ਹਾਂ ਦੀ ਕੁੱਖ ਨੂੰ ਮਹਾਂਪੁਰਖਾਂ ਨੇ ਭਾਗ ਲਾਏ, ਉਹ ਧਨਤਾ ਦੇ ਯੋਗ ਹਨ। ਤੇ ਜੇ ਕੁਲ ਦੀ ਗੱਲ ਕਰੀਏ ਤੇ ਕੁਲ ਜਿਹੜੀ ਬੈਰਾੜਾਂ ਦੀ ਕੁਲ ਵੀ ਇਸ ਕਰਕੇ ਧਨਤਾ ਦੇ ਯੋਗ ਹੈ, ਜਿਹਦੇ ਵਿੱਚ ਕੁਲ ਦੇ ਭੂਸ਼ਣ ਇਹ ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪ੍ਰਗਟ ਹੋਏ ਹੈ। ਸੋ ਜਿਹੜਾ ਇਸ ਕੁਲ ਦੇ ਵਿੱਚ ਰਾਏ ਬੈਰਾੜ ਪੈਦਾ ਹੋਇਆ, ਸਿੱਧੂ ਰਾਏ ਪੈਦਾ ਹੋਇਆ, ਸੋ ਇਹਨਾਂ ਦੇ ਅੱਗੇ ਰਾਏ ਬੈਰਾੜ ਪੈਦਾ ਹੋਇਆ। 1399 ਦੇ ਵਿੱਚ ਇਹਨਾਂ ਨੇ ਬਠਿੰਡੇ ਨੂੰ ਰਾਜਧਾਨੀ ਬਣਾ ਕੇ ਆਪਣਾ ਰਾਜ ਭਾਗ ਕਾਇਮ ਕੀਤਾ। ਰਾਏ ਬਰਾੜ ਦੇ 2 ਪੁੱਤਰ ਰਾਏ ਪੌੜ ਤੇ ਰਾਏ ਦੁੱਲ ਹੋਏ ਆ। ਸੋ ਇਹਨਾਂ ਨੇ ਵੀ ਆਪਣਾ ਬੜਾ ਉੱਥੇ ਪਸਾਰਾ ਕੀਤਾ। ਇੱਕ ਬੀਦੋਵਾਲੀ ਦਾ ਰਾਜਾ ਬਣਿਆ, ਇੱਕ ਬਠਿੰਡੇ ਨੂੰ ਰਾਜਧਾਨੀ ਬਣਾਇਆ, ਬਠਿੰਡੇ ਦੇ ਕਿਲ੍ਹਾ ਮੁਬਾਰਕ ਨੂੰ। ਸੋ ਇਸੇ ਪ੍ਰਕਾਰ ਫਰੀਦਕੋਟੀਆ ਜਿਹੜੀ ਰਿਆਸਤ ਹੈ, ਸੋ ਇਹਨਾਂ ਤੋਂ ਚੱਲੀ। ਤੇ ਦੂਜੀ ਰਿਆਸਤ ਜਿਹੜੀ ਫੂਲ ਕੇ ਮਹਾਰਾਜ ਕੇ, ਇਹ ਜਿਹੜੀ ਸਿੱਧੂਆਂ ਬੈਰਾੜਾਂ ਦੀ ਕੁਲ ਇਹਨਾਂ ਤੋਂ ਚੱਲੀ ਹੈ। ਸੋ ਇਸ ਬੈਰਾੜਾਂ ਦੀ ਕੁਲ ਦੇ ਵਿੱਚ ਮਹਾਂਪੁਰਖਾਂ ਦਾ ਜਨਮ ਹੋਇਆ। ਜ਼ਿਲ੍ਹਾ ਮੋਗਾ ਜਿਹੜਾ ਪੰਜਾਬ ਦੇ ਤਕਰੀਬਨ ਅੱਧ ਵਿੱਚ ਪੈਂਦਾ ਹੈ, ਤੇ ਮੋਗੇ ਜ਼ਿਲ੍ਹੇ ਨੂੰ ਪੰਜਾਬ ਦਾ ਦਿਲ ਵੀ ਕਿਹਾ ਜਾਂਦਾ ਹੈ। ਮੋਗਾ ਸ਼ਹਿਰ ਤੋਂ ਤਕਰੀਬਨ 30 ਕਿਲੋਮੀਟਰ ਦੂਰ ਕੋਟਕਪੂਰਾ ਰੋਡ ਦੇ ਉੱਤੇ ਇੱਕ ਨਗਰ ਪੈਂਦਾ ਹੈ, ਰੋਡੇ। ਇਸ ਰੋਡੇ ਨਗਰ ਦੇ ਵਿੱਚ ਬਾਬਾ ਹਰਨਾਮ ਸਿੰਘ ਜੀ ਵਸਦੇ ਹੈ, ਜਿਹੜੇ ਬੜੇ ਹੀ ਭਾਵ ਭਗਤੀ ਵਾਲੇ, ਗੁਰਸਿੱਖੀ ਨੂੰ ਪ੍ਰਣਾਏ ਹੋਏ ਔਰ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਦੀ ਅਕਸਰ ਹੀ ਸੰਗਤ ਕਰਿਆ ਕਰਦੇ। ਇਸ ਕਰਕੇ ਗੁਰਸਿੱਖੀ ਘਰ ਦੇ ਵਿੱਚ ਹੈ। ਇਸੇ ਨਗਰ ਦੇ ਸੰਤ ਬਾਬਾ ਹਰੀ ਸਿੰਘ ਜੀ ਰੋਡਿਆਂ ਵਾਲੇ, ਸੰਤ ਬਾਬਾ ਕਿਰਪਾਲ ਸਿੰਘ ਜੀ ਰੋਡਿਆਂ ਵਾਲੇ ਵੀ ਹੋਏ ਹੈ। ਸੋ ਪਹਿਲਾਂ ਤੋਂ ਹੀ ਇਹ ਮਹਾਂਪੁਰਖਾਂ ਦਾ ਨਗਰ ਹੈ। ਸੋ ਇਹ ਬਾਬਾ ਹਰਨਾਮ ਸਿੰਘ ਜੀ, ਇਹਨਾਂ ਦੇ ਘਰ ਵਿੱਚ 2 ਪੁੱਤਰ ਪੈਦਾ ਹੋਏ, ਚੜ੍ਹਾਈ ਕਰ ਗਏ। ਉਸ ਤੋਂ ਬਾਅਦ 3 ਪੁੱਤਰ ਹੋਰ ਪੈਦਾ ਹੋਏ ਤੇ 2 ਪੁੱਤਰੀਆਂ ਬੀਬੀ ਹਰ ਕੌਰ, ਜਸਪਾਲ ਕੌਰ ਪੈਦਾ ਹੋਈਆਂ। ਸੋ ਬਾਕੀ ਦੇ ਜਿਹੜੇ ਪੁੱਤਰ ਸਨ, ਜਦੋਂ ਉਹ ਵੱਡੇ ਹੋਏ ਤੇ ਉਹਨਾਂ ਦੇ ਵਿਆਹ ਦਾ ਸਮਾਂ ਮਿਥ ਦਿੱਤਾ ਗਿਆ, ਵਿਆਹ ਨਿਯਤ ਕਰ ਦਿੱਤਾ ਗਿਆ। ਬਾਬਾ ਜੋਗਿੰਦਰ ਸਿੰਘ ਅਤੇ ਇਹਨਾਂ ਦੇ ਭਰਾਤਾ ਜਿਹੜੇ ਸਨ, ਸੋ ਉਹਨਾਂ ਦਾ ਜਿਹੜਾ ਵਿਆਹ ਦਾ ਸਮਾਂ ਮਿਥ ਦਿੱਤਾ ਗਿਆ। ਸੋ ਬਾਬਾ ਜੋਗਿੰਦਰ ਸਿੰਘ ਜੀ ਡਾਲਾ ਪਿੰਡ ਦੇ ਸਰਦਾਰ ਅਰਜਨ ਸਿੰਘ ਜੀ ਦੀ ਸਪੁੱਤਰੀ ਬੀਬੀ ਧਨ ਕੌਰ ਦੇ ਨਾਲ ਇਹਨਾਂ ਦੀ ਮੰਗਣੀ ਹੋਈ। ਤੇ ਭਾਈ ਸੱਜਣ ਸਿੰਘ ਜਿਹੜੇ ਇਹਨਾਂ ਦੇ ਭਰਾ ਸਨ, ਉਹਨਾਂ ਦੀ ਜਿਹੜੀ ਮੰਗਣੀ ਸੀ ਗਾਲਬ ਕਲਾਂ ਨਗਰ ਦੇ ਸੂਬੇਦਾਰ ਬਚਨ ਸਿੰਘ ਦੀ ਸਪੁੱਤਰੀ ਬੀਬੀ ਨਿਹਾਲ ਕੌਰ ਦੇ ਨਾਲ ਹੁੰਦੀ ਹੈ। ਉਹਨਾਂ ਦਿਨਾਂ ਦੇ ਵਿੱਚ ਪਲੇਗ ਦੀ ਬਿਮਾਰੀ ਇਹ ਦੇਸ਼ ਦੇ ਵਿੱਚ ਫੈਲੀ, ਤੇ ਇਹ ਬਿਮਾਰੀ ਦੇ ਕਾਰਨ ਇਹ ਬਾਬਾ ਹਰਨਾਮ ਸਿੰਘ ਜੀ ਤੇ ਇਹਨਾਂ ਦੇ 2 ਸੁਪੁੱਤਰ
ਚੜ੍ਹਾਈ ਕਰ ਗਏ, ਭਾਈ ਸੱਜਣ ਸਿੰਘ ਵੀ ਚੜ੍ਹਾਈ ਕਰ ਗਏ, ਸਿਰਫ ਬਾਬਾ ਜੋਗਿੰਦਰ ਸਿੰਘ ਜੀ ਰਹਿ ਗਏ। ਤੇ ਜਾਂ ਇਹ ਬਾਬਾ ਜੋਗਿੰਦਰ ਸਿੰਘ ਜੀ ਦੇ ਮਾਤਾ ਬੀਬੀ ਨੰਦ ਕੌਰ ਜੀ ਜਿਹੜੇ ਹੇਰਾ ਨਗਰ ਤੋਂ ਸਨ। ਸੋ ਘਰ ਦੇ ਵਿੱਚ ਬੜਾ ਸੋਗ ਵਾਲਾ ਮਾਹੌਲ ਬਣ ਗਿਆ। ਥੋੜਾ ਜਿਹਾ ਸਮਾਂ ਲੰਘਿਆ ਤਾਂ ਨਗਰ ਦੇ ਮਹਾਂਪੁਰਖ ਬਾਬਾ ਹਰੀ ਸਿੰਘ ਜੀ ਨੇ ਆਖਿਆ ਬੀਬੀ ਨੰਦ ਕੌਰ ਜੀ ਨੂੰ ਜਾ ਕੇ ਕਿ ਆਉਣਾ ਜਾਣਾ ਇਹ ਪਰਮੇਸ਼ਰ ਦਾ ਹੁਕਮ ਹੈ। ਸੋ ਇਸ ਕਰਕੇ ਜੋ ਚੜ੍ਹਾਈ ਕਰ ਗਏ ਉਹਨਾਂ ਦੇ ਸੋਗ ਦੇ ਵਿੱਚ ਹਮੇਸ਼ਾ ਬੈਠੇ ਰਹਿਣਾ ਇਹ ਸਿੱਖ ਦਾ ਕਰਮ ਨਹੀਂ। ਪ੍ਰਮਾਤਮਾ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਣਾ ਚਾਹੀਦਾ ਹੈ। ਤੁਸੀਂ ਆਪਣੇ ਪੁੱਤਰ ਦਾ ਵਿਆਹ ਕਰ ਲਓ, ਉਹਦੀ ਮੰਗਣੀ ਹੋਈ ਹੈ। ਸੋ 1930 ਦੇ ਵਿੱਚ ਬਾਬਾ ਜੋਗਿੰਦਰ ਸਿੰਘ ਜੀ ਦੀ ਸ਼ਾਦੀ, ਬਾਬਾ ਜੋਗਿੰਦਰ ਸਿੰਘ ਜੀ ਦਾ ਵਿਆਹ ਇਹ ਬੀਬੀ ਨੰਦ ਕੌਰ ਜੀ ਨੇ ਆਪਣੇ ਸੁਪੁੱਤਰ ਦਾ ਵਿਆਹ ਕਰ ਲਿਆ। ਜਦੋਂ ਬਾਬਾ ਜੀ ਦਾ ਵਿਆਹ ਹੋਇਆ ਡਾਲੇ ਨਗਰ ਦੀ ਬੀਬੀ ਧਨ ਕੌਰ ਦੇ ਨਾਲ, ਤੇ ਇਸ ਤੋਂ ਥੋੜਾ ਜਿਹਾ ਸਮਾਂ ਬਾਅਦ ਫਿਰ ਜਿਹੜਾ ਦੂਜਾ ਗਾਲਬ ਕਲਾਂ ਵਾਲਾ ਪਰਿਵਾਰ ਸੀ ਨਾ, ਜਿਨ੍ਹਾਂ ਦੀ ਬੇਟੀ ਬੀਬੀ ਨਿਹਾਲ ਕੌਰ ਭਾਈ ਸੱਜਣ ਸਿੰਘ ਨੂੰ ਬਾਬਾ ਜੋਗਿੰਦਰ ਸਿੰਘ ਜੀ ਦੇ ਭਰਾ ਨੂੰ ਮੰਗੀ ਹੋਈ ਸੀ, ਉਹ ਪਰਿਵਾਰ ਮਹਾਂਪੁਰਖਾਂ ਦੇ ਕੋਲੇ ਆ ਗਿਆ। ਬਾਬਾ ਕਿਰਪਾਲ ਸਿੰਘ ਜੀ ਕੋਲ ਆ ਕੇ ਕਹਿਣ ਲੱਗੇ ਕਿ ਸਾਡੀ ਲੜਕੀ ਇਸ ਨਗਰ ਦੇ ਵਿੱਚ ਮੰਗੀ ਹੋਈ ਸੀ, ਉਹਦੀ ਮੰਗਣੀ ਹੋਈ ਸੀ। ਸੋ ਜਿਸ ਕਰਕੇ ਬਾਬਾ ਹਰਨਾਮ ਸਿੰਘ ਜੀ ਦਾ ਪੁੱਤਰ ਚੜ੍ਹਾਈ ਕਰ ਗਿਆ ਭਾਈ ਸੱਜਣ ਸਿੰਘ ਜਿਨ੍ਹਾਂ ਨਾਲ ਮੰਗਣੀ ਹੋਈ ਸੀ, ਪਰ ਸਾਡੇ ਮਨ ਦੀ ਇਹ ਭਾਵਨਾ ਹੈ ਕਿ ਸਾਡੀ ਲੜਕੀ ਦਾ ਰਿਸ਼ਤਾ ਉਸੇ ਘਰ ਵਿੱਚ ਹੋਵੇ। ਮਹਾਂਪੁਰਖਾਂ ਨੇ ਦੱਸਿਆ ਕਿ ਉਹਨਾਂ ਦਾ ਇੱਕੋ ਸੁਪੁੱਤਰ ਹੈ ਬਾਬਾ ਜੋਗਿੰਦਰ ਸਿੰਘ, ਤੇ ਉਹਨਾਂ ਦਾ ਵਿਆਹ ਹੋ ਚੁੱਕਿਆ ਹੈ ਡਾਲੇ ਨਗਰ ਦੀ ਬੀਬੀ ਧਨ ਕੌਰ ਦੇ ਨਾਲ। ਪਰ ਇਹ ਪਰਿਵਾਰ ਨੇ ਆਪਣੀ ਭਾਵਨਾ ਪ੍ਰਗਟ ਕੀਤੀ, ਕਹਿੰਦੇ ਜੀ ਜਿਸ ਘਰ ਦੇ ਵਿੱਚ ਬੇਟੀ ਦੀ ਮੰਗਣੀ ਹੋ ਗਈ ਆ ਨਾ, ਅਸੀਂ ਉਸੇ ਘਰ ਵਿਆਹੁਣਾ ਚਾਹੁੰਦੇ ਆ, ਤੇ ਤੁਸੀਂ ਗੱਲਬਾਤ ਕਰਕੇ ਦੇਖੋ ਬੀਬੀ ਨੰਦ ਕੌਰ ਦੇ ਨਾਲ, ਜੇ ਉਹ ਮੰਨ ਜਾਣ ਬਾਬਾ ਜੋਗਿੰਦਰ ਸਿੰਘ ਦਾ, ਭਾਈ ਜੋਗਿੰਦਰ ਸਿੰਘ ਦਾ ਇੱਕ ਵਿਆਹ ਹੋਰ ਕਰ ਲੈਣ। ਤਾਂ ਉਸ ਵੇਲੇ ਮਹਾਂਪੁਰਖਾਂ ਨੇ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਕੋਲ ਗੱਲਬਾਤ ਕੀਤੀ, ਤੇ ਮਹਾਂਪੁਰਖਾਂ ਨੇ ਵੀ ਆਖਿਆ ਕਿ ਉਹ ਸੰਤ ਆਪ ਜਾ ਕੇ ਬੀਬੀ ਜੀ ਨੂੰ ਮਨਾਉਣ, ਬੀਬੀ ਨੰਦ ਕੌਰ ਨੂੰ। ਜਦੋਂ ਜਾ ਕੇ ਗੱਲਬਾਤ ਕੀਤੀ, ਮਹਾਂਪੁਰਖਾਂ ਦਾ ਬਚਨ ਮੰਨ ਕੇ ਫਿਰ 1934 ਵਿੱਚ ਬੀਬੀ ਨਿਹਾਲ ਕੌਰ ਦਾ ਵਿਆਹ ਬਾਬਾ ਜੋਗਿੰਦਰ ਸਿੰਘ ਜੀ ਦੇ ਨਾਲ ਹੋਇਆ। ਤੇ ਇਹ ਬੀਬੀ ਨਿਹਾਲ ਕੌਰ ਜੀ ਦੀ ਕੁੱਖੋਂ ਫਿਰ 6 ਸੰਤਾਨਾਂ, ਵਾਹਿਗੁਰੂ 6 ਪੁੱਤਰ ਪੈਦਾ ਹੋਏ। ਔਰ ਇਸੇ ਪ੍ਰਕਾਰ ਜਿਨ੍ਹਾਂ ਦੇ ਵਿੱਚੋਂ ਸਾਰਿਆਂ ਤੋਂ ਛੋਟੇ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਸਨ, ਭਾਈ ਜਗੀਰ ਸਿੰਘ ਜੀ, ਭਾਈ ਜਗਜੀਤ ਸਿੰਘ ਜੀ, ਕੈਪਟਨ ਹਰਚਰਨ ਸਿੰਘ ਜੀ, ਭਾਈ ਹਰਚਰਨ ਸਿੰਘ ਜੀ। ਸੋ ਇਸੇ ਤਰ੍ਹਾਂ ਭਾਈ ਜੁਗਰਾਜ ਸਿੰਘ ਜੀ, ਭਾਈ ਹਰਜੀਤ ਸਿੰਘ ਜੀ, ਤੇ ਸਭ ਤੋਂ ਛੋਟੇ ਭਾਈ ਜਰਨੈਲ ਸਿੰਘ ਜੀ। ਤੇ ਇਹਨਾਂ ਦੀ ਇੱਕ ਭੈਣ ਬੀਬੀ ਇੰਦਰਜੀਤ ਕੌਰ ਦਾ ਜਨਮ ਬੀਬੀ ਨਿਹਾਲ ਕੌਰ ਦੀ ਕੁੱਖ ਤੋਂ ਹੋਇਆ। ਸੋ ਜਿਸ ਵੇਲੇ ਮਹਾਂਪੁਰਖਾਂ ਦਾ 2 ਜੂਨ 1947 ਨੂੰ ਜਨਮ ਹੁੰਦਾ ਹੈ, ਮਹਾਂਪੁਰਖਾਂ ਦੀ ਜਿਹੜੀ ਅਸਲ ਜਨਮ ਤਰੀਕ ਇਹੀ ਹੈ। ਹਾਲਾਂਕਿ ਕੌਮ ਦਾ ਇੱਕ ਹਿੱਸਾ, ਇੱਕ ਜਥੇਬੰਦੀ, ਸਾਡੀ ਕੌਮ ਦੀ ਸਤਿਕਾਰਯੋਗ ਜਥੇਬੰਦੀ, ਉਹ 12 ਫਰਵਰੀ ਨੂੰ ਫਤਿਹਗੜ੍ਹ ਸਾਹਿਬ ਵਿਖੇ ਮਹਾਂਪੁਰਖਾਂ ਦਾ ਜਨਮ ਦਿਨ ਮਨਾਉਂਦੇ ਆ। ਪਰ ਇਹ ਅਸਲ ਦੇ ਵਿੱਚ 12 ਫਰਵਰੀ ਜਿਹੜੀ ਤਰੀਕ ਹੈ, ਇਹ ਮਹਾਂਪੁਰਖਾਂ ਦੇ ਸੁਪੁੱਤਰ ਭਾਈ ਈਸ਼ਰ ਸਿੰਘ ਜੀ ਦੀ ਜਨਮ ਤਰੀਕ ਹੈ। ਸੋ ਕਿਸੇ ਕਾਰਨ ਵਸ ਉਹ ਸ਼ੁਰੂ ਜਿਵੇਂ ਹੋ ਗਈ ਰੀਤੀ, ਤੇ ਉਸੇ ਤਰੀਕੇ ਹੁਣ ਹਰ ਸਾਲ ਉੱਥੇ ਮਨਾਉਂਦੇ ਆ ਰਹੇ ਹੈ। ਪਰ ਮਹਾਂਪੁਰਖਾਂ ਦਾ ਸਕੂਲ ਦਾ ਜਿਹੜਾ ਸਰਟੀਫਿਕੇਟ ਹੈ, ਸਕੂਲ ਲੀਵਿੰਗ ਸਰਟੀਫਿਕੇਟ ਹੁੰਦਾ ਜਿਹੜਾ, ਉਹ ਪਰਿਵਾਰ ਨੇ ਸਕੂਲ ਦੇ ਵਿੱਚੋਂ ਗੁਰੂ ਤੇਗ ਬਹਾਦਰਗੜ੍ਹ ਸਕੂਲ ਹੈ ਜਿਹੜਾ, ਉੱਥੋਂ ਲਿਆ, ਤੇ ਉਹਦੇ ਉੱਤੇ ਮਹਾਂਪੁਰਖਾਂ ਦੀ ਜਿਹੜੀ ਜਨਮ ਤਰੀਕ 2 ਜੂਨ 1947 ਲਿਖੀ ਗਈ ਹੈ, ਜੋ ਕਿ ਅਸਲ ਤਰੀਕ ਹੈ। ਤੇ ਕੌਮ ਨੂੰ ਅਸਲ ਤਰੀਕ ਤੇ ਹੀ ਆਪਣੇ ਮਹਾਂਪੁਰਖਾਂ ਦੇ ਜਨਮ ਦਿਹਾੜੇ, ਸ਼ਹੀਦੀ ਦਿਹਾੜੇ ਔਰ ਗੁਰੂ ਸਾਹਿਬਾਨਾਂ ਦੇ ਗੁਰਪੁਰਬ ਜਿਹੜੇ ਅਸਲ ਤਰੀਕਾਂ ਦੇ ਮੁਤਾਬਕ ਹੀ ਮਨਾਉਣੇ ਚਾਹੀਦੇ ਆ। ਕਿਉਂਕਿ ਫਿਰ ਬਾਅਦ ਵਿੱਚ ਜਦੋਂ ਸਮਾਂ ਪੈ ਜਾਂਦਾ ਨਾ, ਉਦੋਂ ਇਹ ਬਹੁਤ ਰੌਲੇ ਗੌਲਿਆਂ, ਝਗੜੇ ਝੇੜਿਆਂ ਦਾ ਕਾਰਨ ਬਣ ਜਾਂਦੇ ਆ। ਸੰਗਤਾਂ ਦੇ ਮਨਾਂ ਦੇ ਵਿੱਚ ਇਹ ਦੁਬਿਧਾ ਪੈਦਾ ਹੋ ਜਾਂਦੀ ਹੈ ਵੀ ਅਸਲ ਤਰੀਕ ਕਿਹੜੀ ਹੈ।
ਇਸ ਕਰਕੇ ਸਮੁੱਚੀ ਕੌਮ ਨੂੰ ਚਾਹੀਦਾ ਹੈ ਕਿ ਮਹਾਂਪੁਰਖਾਂ ਦੀ ਅਸਲ ਜਨਮ ਤਰੀਕ ਵਾਲੇ ਦਿਨ ਹੀ ਮਹਾਂਪੁਰਖਾਂ ਦਾ ਜਨਮ ਦਿਨ ਮਨਾਇਆ ਜਾਵੇ। ਹਾਲਾਂਕਿ ਕਈ ਲੋਕ ਇਹ ਉਦਾਹਰਨਾਂ ਦਿੰਦੇ ਹੈ ਜੀ ਇਹਨਾਂ ਦਿਨਾਂ ਵਿੱਚ ਸ਼ਹੀਦੀ ਦਿਹਾੜੇ ਚੱਲ ਰਹੇ ਹੁੰਦੇ ਹੈ ਤੇ ਮਹਾਂਪੁਰਖਾਂ ਦੇ ਜਨਮ ਦਿਨ ਦੀ ਖੁਸ਼ੀ ਕਿਵੇਂ ਮਨਾਈ ਜਾ ਸਕਦੀ ਹੈ। ਗੁਰਮੁਖ ਪਿਆਰਿਓ, ਇਹ ਦਿਨ ਦਿਹਾੜੇ ਜਿਹੜੇ ਹੈ ਇਹ ਕੋਈ ਪੁੱਛ ਕੇ ਨਹੀਂ ਆਉਂਦੇ ਵੀ ਕਿਹੜੇ ਦਿਨ ਕੋਈ ਸ਼ਹੀਦੀ ਦਿਹਾੜਾ ਆਉਣਾ। ਇਹ ਤਾਂ ਜਿਹੜੀ ਤਰੀਕ ਨੂੰ ਜਿਹੜਾ ਵਾਪਰਿਆ ਉਸੇ ਤਰੀਕ ਨੂੰ ਮਨਾਉਣਾ ਚਾਹੀਦਾ ਹੈ। ਸੋ ਕਈ ਵਾਰ ਇਸ ਤਰ੍ਹਾਂ ਵੀ ਹੁੰਦਾ ਹੈ, ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਹੁੰਦੇ ਆ ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਅਵਤਾਰ ਪੁਰਬ ਆ ਜਾਂਦਾ, ਉਹਨਾਂ ਦਿਨਾਂ ਵਿੱਚ ਆਗਮਨ ਪੁਰਬ ਆਉਂਦਾ ਤੇ ਕੌਮ ਮਨਾਉਂਦੀ ਆਈ ਆ ਹੁਣ ਤੱਕ। ਆ ਤਾਂ ਹੁਣ ਥੋੜਾ ਜਿਹਾ ਪੁਰੇ ਵਾਲੀ ਕੈਲੰਡਰ ਵਾਲਿਆਂ ਨੇ ਥੋੜਾ ਜਿਹਾ ਰੌਲਾ ਪਾ ਲਿਆ ਵੀ ਨਹੀਂ ਜੀ ਦਿਨ ਫਿਕਸ ਹੋਣਾ ਚਾਹੀਦਾ ਜੀ, 5 ਜਨਵਰੀ ਨੂੰ ਫਿਕਸ ਕਰ ਦਿਓ, ਇੱਦਾਂ ਕਰ ਦਿਓ, ਉੱਦਾਂ ਕਰ ਦਿਓ। ਕੌਮ ਦੇ ਵਿੱਚ ਦੁਬਿਧਾ ਦਾ ਕਾਰਨ ਨਾ ਬਣੇ, ਵਿਦਵਤਾ ਹੋਣੀ ਚੰਗੀ ਗੱਲ ਹੈ, ਪਰ ਗੁਰੂ ਕੇ ਸਿੱਖਾ ਤੇਰੀ ਬੁੱਧੀ ਕੌਮ ਵਿੱਚ ਦੁਬਿਧਾ ਨਾ ਪੈਦਾ ਕਰੇ, ਕੌਮ ਨੂੰ ਇਕੱਤਰ ਕਰੇ। ਇਸ ਕਰਕੇ ਹਮੇਸ਼ਾ ਹੀ ਜੋ ਅਸਲ ਜਨਮ ਤਰੀਕਾਂ ਦੇ ਉੱਤੇ ਹੀ ਇਹ ਦਿਨ ਦਿਹਾੜੇ ਮਨਾਏ ਜਾਣੇ ਚਾਹੀਦੇ ਹੈ। ਸੋ ਧੰਨ ਸੋ ਵੰਸ ਧੰਨ ਸੋ ਪਿਤਾ ਧੰਨ ਸੋ ਮਾਤਾ ਜਿਨ ਜਨ ਜਣੇ। ਮਹਾਂਪੁਰਖਾਂ ਦਾ ਜਨਮ 2 ਜੂਨ 1947 ਨੂੰ ਰੋਡੇ ਨਗਰ ਦੇ ਵਿੱਚ ਹੋਇਆ। ਬਚਪਨ ਮਹਾਂਪੁਰਖਾਂ ਦੇ ਬਚਪਨ ਦੀ ਇੱਕ ਜਿਹੜੀ ਕਹਾਣੀ ਕਹਿ ਲਓ, ਕਥਾ ਕਹਿ ਲਓ, ਵਾਰਤਾ ਕਹਿ ਲਓ, ਮਿਲਦੀ ਹੈ ਕਿ ਬਾਬਾ ਜੋਗਿੰਦਰ ਸਿੰਘ ਜੀ ਜਿਹੜੇ ਕਿ ਬੜੇ ਸ਼ਰਧਾਲੂ ਸਨ, ਗੁਰੂ ਘਰ ਦੇ ਵਿਰਾਸਤ ਵਿੱਚ ਸਿੱਖੀ ਸੀ ਔਰ ਨਗਰ ਦੇ ਵਿੱਚ ਮਹਾਂਪੁਰਖ ਬਾਬਾ ਕਿਰਪਾਲ ਸਿੰਘ ਜੀ ਹੋਰਾਂ ਤੋਂ ਬਾਬਾ ਜੋਗਿੰਦਰ ਸਿੰਘ ਜੀ ਨੇ ਗੁਰਬਾਣੀ ਦੀ ਸੰਥਿਆ ਪ੍ਰਾਪਤ ਕੀਤੀ ਹੋਈ ਸੀ। ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਕਥਾ ਸਿੱਖੀ ਹੋਈ ਸੀ। ਸੋ ਨਿਤਨੇਮੀ ਬੜੇ ਪ੍ਰਪੱਕ ਸਨ। ਨਿਤਨੇਮ ਦੇ ਵਿੱਚ 5 ਗ੍ਰੰਥੀ ਦਾ ਪਾਠ ਕਰਨਾ, ਨਿਤਨੇਮ ਦਾ ਪਾਠ ਕਰਨਾ, ਆਸਾ ਦੀ ਵਾਰ, ਸੁਖਮਨੀ ਸਾਹਿਬ ਨਿੱਤਾ ਪ੍ਰਤੀ ਦਾ ਨਿਯਮ ਸੀ। ਸੋ ਐਸਾ ਜਿਹੜਾ ਭਗਤੀ ਭਾਵ ਵਾਲਾ ਗੁਰੂ ਕਾ ਸਿੱਖ ਹੋਵੇ ਉਹਦੇ ਘਰ ਵਿੱਚ ਹੀ ਮਹਾਂਪੁਰਖ ਬਾਬਾ ਜਰਨੈਲ ਸਿੰਘ ਵਰਗੀ ਸ਼ਖਸੀਅਤ ਪੈਦਾ ਹੋ ਸਕਦੀ ਆ ਨਾ। ਮਹਾਂਪੁਰਖਾਂ ਨੇ ਇਹਨਾਂ ਦੇ ਘਰ ਜਨਮ ਲਿਆ। ਇੱਕ ਦਿਨ ਭਾਈ ਜਰਨੈਲ ਸਿੰਘ ਜੀ ਮੰਜੇ ਦੇ ਉੱਤੇ ਆਰਾਮ ਕਰਦੇ ਸਨ, ਬਚਪਨ ਦੀ ਅਵਸਥਾ ਬਾਲਕ ਰੂਪ ਦੇ ਵਿੱਚ। ਬਾਬਾ ਜੋਗਿੰਦਰ ਸਿੰਘ ਜੀ ਬਾਹਰੋਂ ਆਏ ਤੇ ਉਹਨਾਂ ਦੀ ਨਜ਼ਰ ਮਹਾਂਪੁਰਖਾਂ ਦੇ ਪੈਰਾਂ ਦੇ ਉੱਤੇ, ਚਰਨਾਂ ਦੇ ਉੱਤੇ ਪਈ। ਆ ਕੇ ਮਹਾਂਪੁਰਖਾਂ ਦਾ ਚਰਨ ਫੜ ਲਿਆ ਤੇ ਇੱਕ ਟੱਕ ਬਹੁਤ ਦੇਰ ਤੱਕ ਨੀਝ ਲਾ ਕੇ ਵੇਖਦੇ ਰਹੇ। ਮਾਤਾ ਨਿਹਾਲ ਕੌਰ ਨੇ ਪੁੱਛਿਆ ਕਿ ਖਾਲਸਾ ਜੀ ਕੀ ਵੇਖਦੇ ਹੋ? ਬਾਬਾ ਜੀ ਨੇ ਪਹਿਲਾਂ ਤਾਂ ਟਾਲ ਮਟੋਲ ਕਰ ਦਿੱਤੀ ਵੀ ਨਹੀਂ ਕੁਝ ਨਹੀਂ, ਫਿਰ ਬਹੁਤਾ ਜ਼ੋਰ ਪਾਉਣ ਤੇ ਦੱਸਿਆ ਕਿ ਬਾਲਕ ਦੇ ਭਾਈ ਜਰਨੈਲ ਸਿੰਘ ਦੇ ਪੈਰ ਦੇ ਵਿੱਚ ਨਾ ਇੱਕ ਤਾਰੇ ਵਰਗਾ ਨਿਸ਼ਾਨ ਹੈ, ਇਹਨੂੰ ਧਰਮ ਦੀ ਦੁਨੀਆ ਦੇ ਵਿੱਚ ਪਦਮ ਚਿੰਨ੍ਹ ਕਿਹਾ ਜਾਂਦਾ। ਤੇ ਇਹ ਕਹਿੰਦੇ ਜਿਹਦੇ ਪੈਰਾਂ ਦੇ ਵਿੱਚ ਐਸਾ ਚਿੰਨ੍ਹ ਹੋਵੇ ਉਹ ਕੋਈ ਆਮ ਬਾਲਕ ਨਹੀਂ ਹੁੰਦਾ, ਆਮ ਮਨੁੱਖ ਨਹੀਂ ਹੁੰਦਾ, ਉਹ ਹੀ ਤਕੜਾ ਪ੍ਰਤਾਪੀ ਰਾਜਾ ਮਹਾਰਾਜਾ ਹੁੰਦਾ ਹੈ ਜਾਂ ਬਹੁਤ ਕੋਈ ਭਗਤੀ ਸ਼ਕਤੀ ਦੇ ਨਾਲ ਲਬਰੇਜ਼ ਆਤਮਾ ਹੁੰਦੀ ਹੈ। ਸੋ ਐਸਾ ਜਿਹੜਾ ਮਹਾਂਪੁਰਖਾਂ ਦੇ ਚਰਨਾਂ ਦੇ ਵਿੱਚ ਪਦਮ ਦਾ ਨਿਸ਼ਾਨ ਸੀ। ਬਾਅਦ ਵਿੱਚ ਜਥੇ ਦੇ ਸਿੰਘਾਂ ਨੇ ਵੀ ਬਹੁਤ ਵਾਰੀ ਦੇਖਿਆ, ਜਦੋਂ ਮਹਾਂਪੁਰਖਾਂ ਨੂੰ ਸਵਾਲ ਕਰਦੇ ਦੇ ਬਾਬਤ ਤੇ ਮਹਾਂਪੁਰਖ ਹਮੇਸ਼ਾ ਹੀ ਟਾਲ ਦਿੰਦੇ ਸਨ, ਹੱਸ ਕੇ ਟਾਲ ਦੇਣਾ, ਕਦੇ ਪ੍ਰਗਟ ਨਹੀਂ ਸੀ ਕਰਦੇ ਇਸ ਗੱਲ ਨੂੰ। ਸੋ ਬਚਪਨ ਇਸੇ ਤਰ੍ਹਾਂ ਬੜੀ ਸੋਹਣੀ ਪਰਵਰਿਸ਼ ਹੋਈ, ਗੁਰਸਿੱਖੀ ਦੇ ਸੰਸਕਾਰ ਘਰ ਦੇ ਵਿੱਚੋਂ ਮਿਲੇ। ਸਕੂਲ ਮਹਾਂਪੁਰਖਾਂ ਨੂੰ ਪੜ੍ਹਨ ਲਾ ਦਿੱਤਾ ਗਿਆ। 4 ਜਮਾਤਾਂ ਤੱਕ ਪਿੰਡ ਦੇ ਸਕੂਲ ਵਿੱਚ ਪੜ੍ਹੇ। ਅੱਗੇ 5ਵੀਂ ਤੇ 6ਵੀਂ ਗੁਰੂ ਤੇਗ ਬਹਾਦਰ ਗੜ੍ਹ ਸਕੂਲ ਹੈ ਜਿਹੜਾ ਮੇਨ ਰੋਡ ਦੇ ਉੱਤੇ, ਮੋਗਾ ਤੋਂ ਕੋਟਕਪੂਰਾ ਰੋਡ ਦੇ ਉੱਤੇ ਪੈਂਦਾ, ਉੱਥੇ 5ਵੀਂ ਕਲਾਸ ਦੇ ਵਿੱਚ ਦਾਖਲਾ ਲੈ ਲਿਆ। ਤੇ ਮਹਾਂਪੁਰਖ ਆਮ ਬਾਲਕਾਂ ਦੇ ਵਾਂਗ ਹੀ ਖਾਂਦੇ ਪੀਂਦੇ ਸਨ, ਹੱਸਦੇ ਖੇਡਦੇ ਸਨ, ਪਰ ਥੋੜਾ ਗੰਭੀਰ ਹਾਲਤ ਵਿੱਚ ਰਹਿੰਦੇ। ਔਰ ਸਕੂਲ ਦੇ ਵਿੱਚ ਬੱਚਿਆਂ ਦੇ ਨਾਲ ਜਿਵੇਂ ਪਹਿਲਾਂ ਹੁਣ ਤੱਕ ਗੇਮਾਂ ਦਾ ਬਹੁਤ ਫਰਕ ਪੈ ਗਿਆ ਨਾ, ਸਾਡੇ ਬੱਚੇ ਮੋਬਾਈਲ ਗੇਮਾਂ ਖੇਡਦੇ ਆ, ਵੀਡੀਓ ਗੇਮਾਂ ਖੇਡਦੇ ਆ। ਉਦੋਂ ਪਿੰਡਾਂ ਦੇ ਵਿੱਚ ਇਹੋ ਜਿਹੀਆਂ ਖੇਡਾਂ ਹੁੰਦੀਆਂ ਸੀ। ਸਕੂਲ ਦੇ ਵਿੱਚ ਬੱਚਿਆਂ ਦੇ ਨਾਲ ਨਾ ਜਿਹੜੀ ਫੱਟੀ ਹੁੰਦੀ ਸੀ, ਕਿਉਂਕਿ ਹੁਣ ਤਾਂ ਮੇਰੇ ਖਿਆਲ ਦੇ ਵਿੱਚ ਬਹੁਤੇ ਬੱਚਿਆਂ ਨੂੰ ਇਹ ਪਤਾ ਹੀ ਨਹੀਂ ਹੋਣਾ ਵੀ ਸਕੂਲਾਂ ਵਿੱਚ ਫੱਟੀਆਂ ਵੀ ਹੁੰਦੀਆਂ ਸੀ, ਕਾਹਦੇ ਵਾਸਤੇ ਹੁੰਦੀ ਸੀ। ਲੱਕੜ ਦੀ ਇੱਕ ਤਖਤੀ ਹੁੰਦੀ ਸੀ, ਉਹਦੇ ਵਿੱਚ ਕਾਨੇ ਦੀ ਇੱਕ ਕਲਮ ਬਣਾ ਕੇ ਤੇ ਸ਼ਾਹੀ ਘੋਲੀ ਹੁੰਦੀ ਸੀ ਇੱਕ ਦਵਾਤ ਦੇ ਵਿੱਚ, ਇੱਕ ਛੋਟੇ ਜਿਹੇ ਭਾਂਡੇ ਵਿੱਚ ਪਾ ਕੇ ਉਹ ਸ਼ਾਹੀ ਦੇ ਵਿੱਚ ਲਵੇੜ ਕੇ ਤੇ ਉਹਦੇ ਉੱਤੇ ਗੁਰਮੁਖੀ ਦੇ ਅੱਖਰ ਪਾਉਣੇ। ਪਹਿਲਾਂ ਅਧਿਆਪਕਾਂ ਨੇ ਉਹਦੇ ਉੱਤੇ ਪੂਰਨੇ ਪਾ ਕੇ ਦੇਣੇ ਕੱਚੀ ਪੈਨਸਲ ਦੇ ਨਾਲ, ਫਿਰ ਬੱਚਿਆਂ ਨੇ ਉਹਦੇ ਉੱਤੇ ਊੜਾ, ਐੜਾ, ਈੜੀ ਬੜੀ ਭਾਵਨਾ ਨਾਲ ਲਿਖਣਾ।
ਔਰ ਇਸ ਤਰ੍ਹਾਂ ਪੜ੍ਹਾਈਆਂ ਹੁੰਦੀਆਂ ਸਨ ਸਕੂਲਾਂ ਵਿੱਚ ਪਹਿਲਾਂ। ਉਹ ਜਿਹੜੀ 35 ਅੱਖਰੀ ਲਿਖਣ ਵਾਲੀ ਜਾਂ ਗਿਣਤੀ ਲਿਖਣ ਵਾਲੀ ਜਿਹੜੀ ਫੱਟੀ ਸੀ ਨਾ, ਸਕੂਲ ਦੇ ਵਿੱਚ ਮਹਾਂਪੁਰਖਾਂ ਦੀ ਮਨ ਭਾਉਂਦੀ ਖੇਡ ਹੀ ਇਹ ਸੀ ਵੀ ਨਾਲ ਦੇ ਸਾਥੀਆਂ ਦੇ ਨਾਲ ਨਾ ਉਹ ਫੱਟੀ ਨੂੰ ਪੜ੍ਹਾਉਣ ਲੱਗ ਪੈਂਦੇ, ਇੱਕ ਦੂਜੇ ਨੂੰ ਫੱਟੀ ਦੇ ਉੱਤੇ ਫੱਟੀ ਮਾਰਨੀ। ਕਈ ਵਾਰੀ ਇਹਨਾਂ ਦੀ ਆਪਣੀ ਫੱਟੀ ਟੁੱਟ ਜਾਣੀ ਤੇ ਕਈ ਵਾਰੀ ਦੂਜਿਆਂ ਦੀ ਫੱਟੀ ਤੋੜ ਆਉਂਦੇ। ਸੋ ਕਈ ਦਫਾ ਤਾਂ ਇਦਾਂ ਦੁਕਾਨੋਂ ਖਰੀਦ ਕੇ ਫੱਟੀਆਂ ਲਈਆਂ ਤੇ ਫਿਰ ਮਹਾਂਪੁਰਖਾਂ ਨੇ ਸੋਚਿਆ ਵੀ ਇਹ ਖੇਡ ਵੀ ਜ਼ਰੂਰ ਖੇਡਣੀ ਹੈ ਤੇ ਆ ਨਿਤ ਦਾ ਖਰਚਾ ਵੀ, ਨਿਤ ਦੁਕਾਨ ਤੋਂ ਜਾਣ ਦਾ ਝੰਜਟ ਵੀ ਖਤਮ ਕਰੀਏ। ਫਿਰ ਪਿੰਡ ਦੇ ਹੀ ਇੱਕ ਤਰਖਾਣ ਮਿਸਤਰੀ ਦੇ ਪਾਸੋਂ ਮੋਟੀ ਲੱਕੜ ਦੀ ਫੱਟੀ ਬਣਾ ਲਈ। ਜਦੋਂ ਮੋਟੀ ਲੱਕੜ ਦੀ ਤਕੜੀ ਫੱਟੀ ਬਣਾ ਲਈ ਤੇ ਜਦੋਂ 2-4 ਦੀਆਂ ਫੱਟੀਆਂ ਤੋੜੀਆਂ ਤੇ ਬਾਕੀ ਦੇ ਜਿਹੜੇ ਨਾਲ ਦੇ ਵਿਦਿਆਰਥੀ ਸਨ ਉਹ ਕੰਨੀ ਕਤਰਾਉਣ ਲੱਗ ਪਏ। ਸੋ ਮਹਾਂਪੁਰਖਾਂ ਦੀ ਇਹ ਮਨ ਭਾਉਂਦੀ ਖੇਡ, ਖੁੱਲ੍ਹਾ ਖਾਣਾ ਪੀਣਾ ਸੀ, ਸਰੀਰਕ ਵਰਜਿਸ਼ ਬੜੀ ਕਰਦੇ, ਹੱਥੀਂ ਕੰਮਕਾਰ ਕਰਦੇ। ਇਸੇ ਤਰ੍ਹਾਂ ਜਦੋਂ 5ਵੀਂ ਤੋਂ 6ਵੀਂ ਕਲਾਸ ਦੇ ਵਿੱਚ ਹੋ ਗਏ, ਦਾਖਲਾ ਵੀ ਭਰ ਦਿੱਤਾ ਗਿਆ 6ਵੀਂ ਕਲਾਸ ਦਾ। ਜਦੋਂ 6ਵੀਂ ਕਲਾਸ ਦੇ ਵਿੱਚ ਹੋਏ ਤੇ ਉਸ ਵੇਲੇ ਬੜੇ ਚਾਅ ਦੇ ਨਾਲ ਘਰ ਆ ਕੇ ਦੱਸਿਆ ਕਿ ਹੁਣ ਤੋਂ ਅਸੀਂ ਤੱਪੜਾਂ ਤੇ ਨਹੀਂ ਬੈਠਿਆ ਕਰਨਾ, ਹੁਣ ਸਕੂਲ ਦੇ ਵਿੱਚ ਬੈਂਚ ਲੱਗੇ ਹੋਏ ਆ, 6ਵੀਂ ਜਮਾਤ ਦੇ ਬੱਚਿਆਂ ਨੂੰ ਬੈਂਚਾਂ ਤੇ ਬਿਠਾਇਆ ਜਾਇਆ ਕਰੇਗਾ ਤੇ ਮੈਂ ਵੀ ਬੈਂਚਾਂ ਤੇ ਬੈਠਿਆ ਕਰਾਂਗਾ। ਉਹਨਾਂ ਦਿਨਾਂ ਵਿੱਚ ਸਕੂਲੋਂ ਹੋ ਗਈਆਂ ਛੁੱਟੀਆਂ। ਜਦੋਂ ਘਰ ਦੇ ਵਿੱਚ ਬੱਚਿਆਂ ਨੂੰ, ਬਾਲਕਾਂ ਨੂੰ ਇੱਧਰ ਉੱਧਰ ਦੌੜਦੇ ਭੱਜਦੇ ਖੇਡਦੇ ਬਾਬਾ ਜੋਗਿੰਦਰ ਸਿੰਘ ਜੀ ਨੇ ਵੇਖਿਆ ਤੇ ਇੱਕ ਦਿਨ ਕਹਿਣ ਲੱਗੇ ਬੁਲਾ ਕੇ ਕੋਲ ਸਾਰਿਆਂ ਨੂੰ, ਕਹਿੰਦੇ ਭਾਈ ਸਕੂਲੋਂ ਤੁਹਾਨੂੰ ਛੁੱਟੀਆਂ ਹੈ ਤੇ ਤੁਸੀਂ ਵਿਹਲੇ ਇੱਧਰ ਉੱਧਰ ਦੌੜਦੇ ਭੱਜਦੇ ਰਹਿੰਦੇ ਹੋ, ਤੁਸੀਂ ਇਸ ਤਰ੍ਹਾਂ ਕਰੋ, ਮੈਂ ਤੁਹਾਨੂੰ ਮੂਲ ਮੰਤਰ ਯਾਦ ਕਰਵਾਉਣਾ ਹੈ, ਤੁਸੀਂ ਸਾਰੇ ਮੂਲ ਮੰਤਰ ਦਾ ਜਾਪ ਕਰਿਆ ਕਰੋ। ਦੇਖੋ ਬਚਪਨ ਦੇ ਵਿੱਚ ਮਾਂ-ਬਾਪ ਕਿਵੇਂ ਬੱਚਿਆਂ ਨੂੰ ਧਰਮ ਵਾਲੇ ਪਾਸੇ, ਸਿੱਖੀ ਵਾਲੇ ਪਾਸੇ ਲਾ ਸਕਦੇ ਆ। ਇਹ ਬਾਬਾ ਜੋਗਿੰਦਰ ਸਿੰਘ ਜੀ ਦਾ ਜੀਵਨ, ਉਹਨਾਂ ਦੇ ਜੀਵਨ ਦੀ ਇਹ ਘਟਨਾ ਸਾਡੇ ਵਾਸਤੇ ਪ੍ਰੇਰਨਾ ਸਰੋਤ ਹੈ। ਬਾਬਾ ਜੋਗਿੰਦਰ ਸਿੰਘ ਜੀ ਨੇ ਸਾਰੇ ਬਾਲਕਾਂ ਨੂੰ ਇਕੱਤਰ ਕੀਤਾ ਤੇ ਅੱਗੇ ਜਪਦੇ ਆ ਬਾਬਾ ਜੀ, ਪਿੱਛੇ ਬੱਚੇ ਬੋਲਦੇ ਆ, ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਬਾਬਾ ਜੋਗਿੰਦਰ ਸਿੰਘ ਜੀ ਅੱਗੇ ਬੋਲਦੇ ਗਏ, ਬੱਚੇ ਪਿੱਛੇ ਸਾਰਿਆਂ ਨੂੰ ਮੂਲ ਮੰਤਰ ਕੰਠ ਕਰਵਾ ਦਿੱਤਾ। ਜਦੋਂ ਮੂਲ ਮੰਤਰ ਕੰਠ ਹੋ ਗਿਆ ਤੇ ਭਾਈ ਜਰਨੈਲ ਸਿੰਘ ਜੀ ਸਾਰਾ ਦਿਨ ਹੀ ਇਹ ਮੂਲ ਮੰਤਰ ਦਾ ਜਾਪ ਕਰਦੇ ਰਿਹਾ ਕਰਨ, ਤੁਰਦੇ ਫਿਰਦੇ ਹੱਸਦੇ ਖੇਡਦੇ, ਖੇਤ ਜਾਂਦੇ, ਘਰ ਦਾ ਕੰਮਕਾਰ ਕਰਦੇ, ਸਾਰੇ ਜਗ੍ਹਾ ਤੇ ਮੂਲ ਮੰਤਰ ਦਾ ਰਟਨ। ਤੇ ਐਸਾ ਉਹ ਰਟਨ ਦੇ ਵਿੱਚੋਂ, ਸਿਮਰਨ ਦੇ ਵਿੱਚੋਂ ਰਸ ਆਉਣਾ ਸ਼ੁਰੂ ਹੋਇਆ। ਇੱਕ ਦਿਨ ਆ ਕੇ ਬਾਬਾ ਜੋਗਿੰਦਰ ਸਿੰਘ ਜੀ ਕੋਲੇ ਕਹਿਣ ਲੱਗੇ, ਭਾਈ ਜਰਨੈਲ ਸਿੰਘ ਜੀ ਕਹਿੰਦੇ, ਪਿਤਾ ਜੀ ਬਾਪੂ ਜੀ ਅੱਜ ਤੋਂ ਬਾਅਦ ਮੈਂ ਸਕੂਲ ਨਹੀਂ ਜਾਇਆ ਕਰਨਾ, ਸਕੂਲ ਦੀ ਪੜ੍ਹਾਈ ਨਹੀਂ ਛੱਡਣੀ, ਸਕੂਲ ਦੀ ਪੜ੍ਹਾਈ ਨਹੀਂ ਕਰਨੀ, ਸਕੂਲ ਦੀ ਪੜ੍ਹਾਈ ਛੱਡ ਦੇਣੀ ਹੈ ਤੇ ਮੈਨੂੰ ਤੁਸੀਂ ਹੁਣ ਅੱਗੇ ਜਪਜੀ ਸਾਹਿਬ ਪੜ੍ਹਾ ਦਿਓ, ਮੂਲ ਮੰਤਰ ਮੈਂ ਸਿੱਖ ਗਿਆ, ਮੈਨੂੰ ਇਹ ਬੜੀ ਵਧੀਆ ਲੱਗਦੀ ਹੈ। ਬਾਬਾ ਜੋਗਿੰਦਰ ਸਿੰਘ ਜੀ ਬੜੇ ਖੁਸ਼ ਹੋਏ। ਹੁਣ ਬੱਚਾ ਕੋਈ ਆਪਣੇ ਆਪ ਧਰਮ ਵਾਲੇ ਪਾਸੇ ਲੱਗਣ ਦੀ ਗੱਲ ਕਰਦਾ ਤੇ ਮਾਂ ਪਿਓ ਤਾਂ ਖੁਸ਼ ਹੋਣਗੇ ਹੀ ਨਾ। ਤੇ ਉਹ ਬਾਬਾ ਜੋਗਿੰਦਰ ਸਿੰਘ ਜੀ ਜਿਹੜੇ ਕਿਸੇ ਅਵਸਥਾ ਤੇ ਪਹੁੰਚੇ ਹੋਏ ਮਹਾਂਪੁਰਖ ਸਨ, ਸੋ ਉਹਨਾਂ ਨੇ ਜਦੋਂ ਇਹ ਗੱਲ ਸੁਣੀ ਕਹਿੰਦੇ, ਠੀਕ ਆ ਭਾਈ, ਜਿਵੇਂ ਤੇਰੀ ਮਰਜ਼ੀ, ਜਿਵੇਂ ਤੇਰੀ ਇੱਛਾ। ਸੰਥਿਆ ਸ਼ੁਰੂ ਕਰਵਾ ਦਿੱਤੀ ਮੁਹਾਰਨੀ ਤੋਂ, 35 ਅੱਖਰੀ ਪੜ੍ਹਾਈ। ਸੋ ਪੜ੍ਹਾ ਕੇ ਜਦੋਂ ਪੰਜਾਬੀ ਦੇ ਅੱਖਰ ਚੰਗੀ ਤਰ੍ਹਾਂ ਚਲੰਤ ਹੋ ਗਏ, ਨਿੱਤਾ ਪ੍ਰਤੀ ਇੱਕ ਪੌੜੀ ਕਰਕੇ ਥੋੜੀ ਸੰਥਿਆ ਕਰਵਾਉਣ ਲੱਗ ਪਏ। ਤੇ ਸੰਥਿਆ ਇਸ ਤਰੀਕੇ ਕਰਵਾਉਂਦੇ ਵੀ ਜਿੰਨੀ ਸੰਥਿਆ ਕਰਵਾਈ ਹੈ ਉਨੀ ਭਾਈ ਜਰਨੈਲ ਸਿੰਘ ਜੀ ਕੰਠ ਕਰ ਲਿਆ ਕਰਨ। ਜਪਜੀ ਸਾਹਿਬ ਦੀ ਸੰਥਿਆ ਵੀ ਸੰਪੂਰਨ ਹੋ ਗਈ ਤੇ ਨਾਲ ਭਾਈ ਜਰਨੈਲ ਸਿੰਘ ਜੀ, ਬਾਬਾ ਜਰਨੈਲ ਸਿੰਘ ਜੀ ਨੂੰ ਜਪਜੀ ਸਾਹਿਬ ਦਾ ਪਾਠ ਵੀ ਕੰਠ ਹੋ ਗਿਆ। ਉਹਨਾਂ ਦਿਨਾਂ ਦੇ ਵਿੱਚ ਦਮਦਮੀ ਟਕਸਾਲ ਦੇ ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ ਪ੍ਰਚਾਰ ਫੇਰੀਆਂ ਦੇ ਉੱਤੇ, ਕਿਉਂਕਿ ਦਮਦਮੀ ਟਕਸਾਲ ਇੱਕ ਚੱਲਦੀ ਫਿਰਦੀ ਯੂਨੀਵਰਸਿਟੀ ਦਾ ਰੂਪ ਸੀ ਪੁਰਾਣੇ ਸਮਿਆਂ ਵਿੱਚ, ਮਹਾਂਪੁਰਖ ਜਥਾ ਲੈ ਕੇ ਨਗਰਾਂ ਵਿੱਚ ਫਿਰਦੇ, ਕਈ ਦਿਨ ਇੱਕ ਨਗਰ ਵਿੱਚ ਕਥਾ ਕਰਨੀ, ਫਿਰ ਦੂਸਰੇ ਨਗਰ ਚਲੇ ਜਾਣਾ। ਇਉਂ ਵਿਦਿਆ ਪੜ੍ਹਨ ਵਾਲੇ ਵਿਦਿਆਰਥੀਆਂ ਨੇ ਨਾਲ ਪੜ੍ਹਦੇ ਰਹਿਣਾ ਤੇ ਨਾਲ ਧਰਮ ਪ੍ਰਚਾਰ ਵੀ ਹੋਈ ਜਾਣਾ। ਰੋਡੇ ਨਗਰ ਦੇ ਵਿੱਚ ਆਏ, ਇੱਕ ਦਿਨ ਮਹਾਂਪੁਰਖਾਂ ਨੇ ਕਥਾ ਕਰਦਿਆਂ ਭਾਈ ਗੋਦੜੀਆ ਜੀ ਦੀ ਸਾਖੀ ਸੁਣਾਈ ਕਿ ਭਾਈ ਗੋਦੜੀਆ ਗੁਰੂ ਕਾ ਐਸਾ ਸ਼ਰਧਾ ਭਾਵਨਾ ਵਾਲਾ ਸਿੱਖ ਸੀ ਜਿਹੜਾ 21 ਪਾਠ ਜਪਜੀ ਸਾਹਿਬ ਦੇ ਨਿਤ ਕਰਦਾ ਹੁੰਦਾ ਸੀ।
ਤੇ ਪਾਠ ਕਰਦਿਆਂ ਕਰਦਿਆਂ ਭਾਈ ਗੋਦੜੀਆ ਜੀ ਨੂੰ ਸ਼ਬਦ ਸਿੱਧੀ ਪ੍ਰਾਪਤ ਹੋ ਗਈ ਸੀ। ਹਰ ਬਚਨ ਉਹਨਾਂ ਦਾ ਸਤ ਹੋ ਜਾਂਦਾ ਸੀ। ਬੜੀ ਨਾਮ ਵਿੱਚ ਰੰਗੀ ਹੋਈ ਰੂਹ ਸਨ, ਬੜੇ ਆਤਮਿਕ ਤੌਰ ਤੇ ਬਲਵਾਨ ਸਨ। ਤੇ ਕਥਾ ਸੁਣਨ ਵਾਲਿਆਂ ਦੇ ਵਿੱਚ, ਸੰਗਤ ਦੇ ਵਿੱਚ ਇਹ ਬਾਲਕ ਭਾਈ ਜਰਨੈਲ ਸਿੰਘ ਜੀ ਵੀ ਬੈਠੇ ਸਨ। ਬਸ ਮਹਾਂਪੁਰਖਾਂ ਦੇ ਉਹਨਾਂ ਬਚਨਾਂ ਦਾ ਐਸਾ ਅਸਰ ਹੋਇਆ, 21 ਪਾਠ ਜਪਜੀ ਸਾਹਿਬ ਦੇ ਨਿੱਤਾ ਪ੍ਰਤੀ ਕਰਨੇ ਮਹਾਂਪੁਰਖਾਂ ਨੇ ਸ਼ੁਰੂ ਕਰ ਦਿੱਤੇ। ਬੋਲੋ ਸਤਨਾਮ ਸ਼੍ਰੀ। ਮੈਂ ਮਹਾਂਪੁਰਖਾਂ ਦਾ ਸੰਤ ਵਾਲਾ ਜੀਵਨ ਆਪ ਜੀ ਦੇ ਚਰਨਾਂ ਵਿੱਚ ਅਰਜ਼ ਕਰ ਰਿਹਾ, ਕਿਉਂਕਿ ਬਚਪਨ ਦੀ ਗੱਲ, ਜਨਮ ਦੀ ਗੱਲ ਚੱਲ ਰਹੀ ਹੈ ਨਾ। ਤੇ ਪਹਿਲਾਂ ਉਹਨਾਂ ਦਾ ਸੰਤ ਵਾਲਾ ਰੂਪ, ਸਿਪਾਹੀ ਵਾਲਾ ਰੂਪ ਤਾਂ ਆਮ ਹੀ ਆਪਾਂ ਸਾਰੇ ਜਾਣਦੇ ਆ ਵੀ ਕਿੰਨੇ ਵੱਡੇ ਉਹ ਜਰਨੈਲ ਸਨ, ਜਿਨ੍ਹਾਂ ਦੀ ਅਗਵਾਈ ਦੇ ਵਿੱਚ ਮੁੱਠੀ ਭਰ ਸਿੰਘਾਂ ਨੇ ਹਿੰਦ ਹਕੂਮਤ ਦੀ ਮੰਨੀ ਪਰਮੰਨੀ ਫੌਜ ਦੇ ਨਾਸੀ ਧੂਆਂ ਲਿਆ ਦਿੱਤਾ। ਪਰ ਮਹਾਂਪੁਰਖ ਸਿਪਾਹੀ ਹੋਣ ਤੋਂ, ਜਰਨੈਲ ਹੋਣ ਤੋਂ ਪਹਿਲਾਂ ਇੱਕ ਸੰਤ ਸਨ, ਕਿਉਂਕਿ ਇੱਕ ਸੰਤ ਹੀ ਐਡੀ ਵੱਡੀ ਹਕੂਮਤ ਦੇ ਨਾਲ ਮੱਥਾ ਲਾ ਸਕਦਾ। ਤੇ ਹਕੂਮਤਾਂ ਤਾਂ ਹਮੇਸ਼ਾ ਇਹ ਚਾਹੁੰਦੀਆਂ ਵੀ ਜਿਹੜੇ ਸੰਤ ਹੁੰਦੇ ਆ ਵੀ ਐਵੇਂ ਝੁੱਗੀਆਂ ਝੌਪੜੀਆਂ ਜਾਂ ਵਿੱਚ ਜੰਗਲਾਂ ਵਿੱਚ ਰਹਿਣ ਵਾਲੇ ਹੋਣ, ਮਾਲਾ ਫੇਰੀ ਜਾਣ ਤੇ ਆਪਣੀ ਭਗਤੀ ਕਰੀ ਜਾਣ, ਕਿਸੇ ਨੂੰ ਕੁਝ ਕਹਿਣ ਨਾ, ਆਏ ਗਏ ਨੂੰ ਆਸ਼ੀਰਵਾਦ ਦੇਈ ਜਾਣ। ਪਰ ਜਿਹੜਾ ਸੰਤ ਆਪਣੀ ਕੌਮ ਦੇ ਹੱਕਾਂ ਦੇ ਲਈ ਡਟ ਜਾਵੇ, ਸਿੱਖੀ ਦੇ ਸਰੂਪ ਦੇ ਲਈ, ਸਿੱਖੀ ਸਰੂਪ ਦੀ, ਸਿੱਖੀ ਰਾਜ ਦੀ ਗੱਲ ਕਰਨ ਦੇ ਲਈ ਅੜ ਜਾਵੇ, ਡਟ ਜਾਵੇ, ਹਕੂਮਤਾਂ ਕਦੋਂ ਬਰਦਾਸ਼ਤ ਕਰਦੀਆਂ। ਇਸੇ ਕਰਕੇ ਫਿਰ ਆ ਜਿਹੜਾ ਜੂਨ 1984 ਦਾ ਘੱਲੂਘਾਰਾ ਵਰਤਾਇਆ ਗਿਆ। ਹੋਰ ਮਹਾਂਪੁਰਖਾਂ ਦੇ ਨਾਲ ਕਿਹੜਾ ਕੋਈ ਵੱਟ ਦਾ ਰੌਲਾ ਸੀ ਸਰਕਾਰ ਦਾ ਭਾਈ? ਆਹੀ ਰੌਲਾ ਸੀ ਨਾ ਵੀ ਮਹਾਂਪੁਰਖ ਕਹਿੰਦੇ ਸੀ, ਨੌਜਵਾਨੋ ਆਪਣੇ ਕੌਮੀ ਘਰ ਵਿੱਚ ਵਾਪਸ ਆ ਜਾਓ, ਅਨੰਦਪੁਰ ਸਾਹਿਬ ਵਾਪਸੀ ਕਰ ਲਓ। ਮੂੰਹ ਦੇ ਉੱਤੇ ਤੁਹਾਡੇ ਦਾੜੇ ਸ਼ੋਭਣੇ ਚਾਹੀਦੇ ਆ, ਸਿਰਾਂ ਉੱਤੇ ਕੇਸ, ਸਿਰਾਂ ਉੱਤੇ ਸੁੰਦਰ ਦਸਤਾਰਾਂ ਸੋਭਣ। ਆਪਾਂ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਦੀਆਂ ਕਥਾ ਕਹਾਣੀਆਂ, ਗੱਲਾਂ ਬਾਤਾਂ ਕਰਦੇ ਆਂ ਤੇ ਗੁਰੂ ਕੇ ਸਾਹਿਬਜ਼ਾਦਿਆਂ ਦੇ ਨਾਲ ਸਾਡਾ ਚਿਹਰਾ ਮੋਹਰਾ ਮਿਲਦਾ ਹੋਵੇ, ਇਹੀ ਬਚਨ ਕਰਦੇ ਹੁੰਦੇ ਸੀ ਨਾ। ਸੰਗਤ ਦੇ ਵਿੱਚ ਕਦੇ ਨਹੀਂ ਸੀ ਕਿਸੇ ਨੂੰ ਜ਼ੋਰ ਪਾ ਕੇ ਕਹਿੰਦੇ ਭਾਈ ਤੂੰ ਕੇਸ ਰੱਖ ਲਾ, ਤੂੰ ਅੰਮ੍ਰਿਤ ਛਕ ਲਾ। ਬਸ ਇੱਕੋ ਵਾਰੀ ਕਹਿਣਾ ਆ ਕੇ, ਜਦੋਂ ਕਿਸੇ ਨੇ ਆਖਣਾ ਮਹਾਂਪੁਰਖੋ ਬੜੀ ਚੜ੍ਹਦੀ ਕਲਾ, ਸਾਨੂੰ ਹੁਕਮ ਕਰੋ, ਜਦੋਂ ਵੀ ਹੁਕਮ ਕਰੋਗੇ, ਜੋ ਹੁਕਮ ਕਰੋਗੇ ਫੱਟੇ ਚੱਕ ਦਿਆਂਗੇ। ਤੇ ਮਹਾਂਪੁਰਖ ਕਹਿੰਦੇ ਭਾਈ ਫੱਟੇ ਕਿਤੇ ਰੱਖੇ ਨਹੀਂ ਹੋਏ, ਜਿਹੜੇ ਚੱਕਣੇ ਆ, ਜਿਹੜਾ ਕਰਨ ਵਾਲਾ ਕੰਮ ਹੈ ਉਹ ਕਰੋ। ਮਹਾਂਪੁਰਖੋ ਕੀ ਕਰਨਾ ਹੈ? ਗਲ ਬੱਕੜੀ ਵਿੱਚ ਲੈ ਕੇ ਉਹਨਾਂ ਪਤਤਾਂ ਨੂੰ, ਉਹਨਾਂ ਮੋਨੇ ਘੋਨਿਆਂ ਨੂੰ ਇੱਕੇ ਵਾਰੀ ਬਸ ਇਹ ਬਚਨ ਕਰਦੇ ਹੁੰਦੇ ਸਨ, ਕਹਿੰਦੇ ਭਾਈ ਤੂੰ ਮੇਰਾ ਭਰਾ ਬਣੇਗਾ, ਮੇਰਾ ਭਰਾ ਬਣਨਾ ਚਾਹੁੰਦਾ? ਅੱਗੋਂ ਜਿਹੜਾ ਨੌਜਵਾਨ ਸੀ ਨੀਵੀਂ ਪਾਈ ਹਾਂ ਵਿੱਚ ਸਿਰ ਹਿਲਾ ਦਿੰਦਾ। ਜਦੋਂ ਹਾਂ ਹੋ ਜਾਂਦੀ ਤੇ ਉਸੇ ਵੇਲੇ ਆਖਣਾ ਵੀ ਅੱਜ ਤੋਂ ਬਾਅਦ ਕੇਸਾਂ ਨੂੰ ਕੈਂਚੀ ਨਾ ਲਾਈ। ਸਿੱਖੀ ਨੂੰ ਕਿਸੇ ਹਕੂਮਤ ਤੋਂ ਖਤਰਾ ਨਹੀਂ, ਸਿੱਖੀ ਨੂੰ ਖਤਰਾ ਤਾਂ ਕੈਂਚੀ ਤੇ ਪਛਣੇ ਤੋਂ ਖਤਰਾ। ਮਹਾਂਪੁਰਖਾਂ ਦੇ ਇਹ ਬਚਨ ਉਹਨਾਂ ਦੀ ਕਥਾ ਵਿੱਚ, ਰਿਕਾਰਡਿੰਗਾਂ ਦੇ ਵਿੱਚ ਆਮ ਹੀ ਆਪਾਂ ਨੂੰ ਮਿਲ ਜਾਂਦੇ। ਸੋ ਇਸ ਤਰੀਕੇ ਦੇ ਨਾਲ ਪਹਿਲੀ ਤੱਕਣੀ ਦੇ ਵਿੱਚ ਹੀ ਸਿੱਖੀ ਧਾਰਨ ਕਰਵਾ ਦਿੰਦੇ ਸਨ। ਉਹ ਧਾਰਨ ਤਾਂ ਕਰਵਾਉਂਦੇ ਸਨ ਕਿਉਂਕਿ ਜੀਵਨ ਦੇ ਵਿੱਚ ਭਗਤੀ ਸੀ। ਤੇ ਭਗਤੀ ਤੋਂ ਹੀਣਾ ਕੋਈ ਮਨੁੱਖ ਘੰਟਿਆਂ ਬੱਧੀ ਸਟੇਜਾਂ ਦੇ ਉੱਤੇ ਲੈਕਚਰ ਦੇਈ ਜਾਵੇ ਤਾਂ ਉਹਦੀਆਂ ਗੱਲਾਂ ਦਾ ਕੋਈ ਪ੍ਰਭਾਵ ਨਹੀਂ ਪੈਂਦਾ। ਤੇ ਭਗਤੀ ਵਾਲੀ ਰੂਹ ਇੱਕੇ ਵਾਰੀ ਬਿਨਾਂ ਬੋਲੇ ਵੀ, ਬਿਨਾਂ ਉਧਰ ਨਜ਼ਰ ਹੀ ਪਾ ਲਵੇ ਨਾ, ਤੇ ਉਹ ਨਜ਼ਰ ਦੇ ਵਿੱਚ ਵੀ, ਦ੍ਰਿਸ਼ਟੀ ਦੇ ਵਿੱਚ ਵੀ ਅੰਮ੍ਰਿਤ ਵਰ ਜਾਂਦਾ, ਬਚਨਾਂ ਦਾ ਅਸਰ ਹੁੰਦਾ। ਸੋ ਮਹਾਂਪੁਰਖਾਂ ਨੇ ਇਹ ਬਚਨ ਕੀਤੇ ਕਥਾ ਵਿੱਚ ਕਿ ਭਾਈ ਗੋਦੜੀਆ ਜੀ 21 ਪਾਠ ਜਪਜੀ ਸਾਹਿਬ ਦੇ ਕਰਦੇ ਸਨ। ਮਹਾਂਪੁਰਖਾਂ ਨੇ ਉਸੇ ਦਿਨ ਤੋਂ ਪਾਠ 21 ਕਰਨੇ ਸ਼ੁਰੂ ਕਰ ਦਿੱਤੇ, ਕਈ ਵਾਰੀ ਵੱਧ ਵੀ ਕਰ ਦੇਣੇ। ਔਰ ਤਕੜੀ ਖੁਰਾਕ ਖਾਣੀ, ਸਰੀਰ ਨੂੰ ਰਿਸ਼ਟ-ਪੁਸ਼ਟ ਰੱਖਣਾ। ਘਰ ਦੇ ਵਿੱਚ ਜੋ ਮਸ਼ੀਨ ਸੀ ਪੱਠੇ ਕੁਤਰਨ ਵਾਲੀ, ਹੱਥੀਂ ਗੇੜਨੀ ਮਹਾਂਪੁਰਖਾਂ ਨੇ। ਸਰੀਰ ਦਾ ਚੰਗਾ ਬਲ ਲਾਉਣਾ, ਸੋ ਖੇਤੀ ਦੇ ਕੰਮਕਾਰ ਦੇ ਵਿੱਚ ਹੱਥ ਵਟਾਉਣਾ। ਤੇ ਜਦੋਂ ਮਹਾਂਪੁਰਖਾਂ ਨੇ ਉਹ ਸਕੂਲ ਛੱਡਿਆ ਨਾ, ਤੇ ਸਕੂਲ ਦੇ ਮਾਸਟਰ ਮੁੱਖ ਅਧਿਆਪਕ ਹੇਮਰਾਜ ਜੀ ਬਾਘੇ ਪੁਰਾਣੇ ਤੋਂ ਸਨ, ਨਾਲ ਹੀ ਬਾਘਾ ਪੁਰਾਣਾ ਨਗਰ, ਉਹ ਘਰ ਦੇ ਵਿੱਚ ਆਏ। ਉਹਨਾਂ ਨੇ ਆ ਕੇ ਆਖਿਆ ਕਿ ਬਾਲਕ ਦੀ ਬੁੱਧੀ ਬੜੀ ਤੀਖਣ ਹੈ, ਜਿਹੜਾ ਵੀ ਸਬਕ ਦਿੰਨੇ ਆ ਬਾਕੀ ਬੱਚਿਆਂ ਨੂੰ ਵਾਰ-ਵਾਰ ਪੜ੍ਹਾਉਣਾ ਪੈਂਦਾ, ਪਹਿਲੀ ਵਾਰ ਕੰਠ ਕਰਕੇ ਯਾਦ ਕਰਕੇ ਸੁਣਾ ਦਿੰਦੇ ਆ, ਤੁਸੀਂ ਐਸੇ ਬਾਲਕ ਨੂੰ ਪੜ੍ਹਨੋਂ ਨਾ ਹਟਾਓ। ਉਸ ਵੇਲੇ ਬਾਬਾ ਜੋਗਿੰਦਰ ਸਿੰਘ ਜੀ ਨੇ ਬਚਨ ਕੀਤਾ ਸੀ, ਕਹਿੰਦੇ ਭਾਈ ਇਹਨੂੰ ਅਸੀਂ ਆਪਣੀ ਮਰਜ਼ੀ ਨਾਲ ਨਹੀਂ ਹਟਾਇਆ, ਇਹਦਾ ਆਪਣਾ ਮਨ ਹੈ ਵੀ ਮੈਂ ਗੁਰਸਿੱਖੀ ਦੀ ਪੜ੍ਹਾਈ ਕਰਨੀ ਹੈ, ਗੁਰਮਤਿ ਦੀ ਵਿਦਿਆ ਲੈਣੀ ਹੈ। ਕਹਿੰਦੇ ਜੀ ਦੇਖੋ ਬੱਚਾ ਬੜਾ ਨਿਪੁੰਨ ਹੈ, ਬੜੀ ਤੀਖਣ ਬੁੱਧੀ ਦਾ ਮਾਲਕ ਹੈ। ਤੇ ਉਸ ਵੇਲੇ ਬਾਬਾ ਜੋਗਿੰਦਰ ਸਿੰਘ ਜੀ ਕਹਿੰਦੇ ਭਾਈ ਜਿਹੜੀ ਗੁਰਮਤਿ ਦੀ ਪੜ੍ਹਾਈ ਹੈ ਨਾ, ਇਹ ਵੀ ਐਵੇਂ ਨਹੀਂ ਹੋ ਸਕਦੀ, ਇਹਦੇ ਵਾਸਤੇ ਵੀ ਤੀਖਣ ਬੁੱਧੀ ਚਾਹੀਦੀ ਹੈ। ਤੇ ਜੇ ਬਾਲਕ ਆਪਣੇ ਆਪ ਲੱਗਿਆ ਤੇ ਇਹਦੀ ਖੁਸ਼ੀ ਹੈ, ਕਲਗੀਧਰ ਪਾਤਸ਼ਾਹ ਪ੍ਰਸੰਨ ਹੋਏ ਆ ਇਹਦੇ ਉੱਤੇ।
ਤੇ ਉਸ ਵੇਲੇ ਤੋਂ ਮਹਾਂਪੁਰਖਾਂ ਨੇ ਫਿਰ ਸਾਧ ਸੰਗਤ ਜੀ ਜਪਜੀ ਸਾਹਿਬ ਦੇ ਪਾਠ ਵੀ ਮਹਾਂਪੁਰਖਾਂ ਦੀ ਜਦੋਂ ਕਥਾ ਵਿੱਚ ਸੁਣੇ 21 ਤੋਂ ਵਧਾ ਕੇ ਫਿਰ ਹੌਲੀ ਹੌਲੀ 101 ਪਾਠ ਰੋਜ਼ਾਨਾ ਦੇ ਕਰਨ ਲੱਗ ਪਏ ਸਨ। ਘਰ ਦੇ ਵਿੱਚ ਹੀ ਕਈ ਵਾਰ ਜਾਪ ਰੱਖਿਆ। 1967 ਵਿੱਚ ਪਹਿਲੀ ਵਾਰ ਜਾਪ ਰੱਖਿਆ ਸੀ। 45 ਦਿਨ ਮਹਾਂਪੁਰਖਾਂ ਨੇ ਔਰ ਜਾਪ ਕਰਦੇ ਹੋਏ ਇੱਕ ਕਮਰੇ ਵਿੱਚ ਬੈਠੇ ਰਹਿਣਾ। ਭੋਜਨ ਪ੍ਰਸ਼ਾਦਾ ਬਸ ਥੋੜਾ ਜਿਹਾ ਦੁੱਧ ਵਗੈਰਾ ਕਮਰੇ ਦੇ ਬਾਹਰ 2 ਪਰਦੇ ਲਾਏ ਹੋਏ ਸਨ। ਦੋਵਾਂ ਪਰਦਿਆਂ ਦੇ ਵਿਚਕਾਰ ਘਰ ਦੇ ਮੈਂਬਰਾਂ ਨੇ ਰੱਖ ਦੇਣਾ, ਕਦੇ ਛਕ ਲੈਣਾ ਕਦੇ ਨਾ ਛਕਣਾ, ਤੇ ਬਸ ਥੋੜਾ ਜਿਹਾ ਇਸ਼ਨਾਨ ਪਾਨ ਕਿਰਿਆ ਕਰਨ ਵਾਸਤੇ ਹੀ ਬਾਹਰ ਆਉਂਦੇ ਸਨ। ਤੇ ਕਈ ਘੰਟੇ ਦਿਨ ਰਾਤ ਹੀ ਉਹਨਾਂ ਨੇ ਜਾਪ ਦੇ ਵਿੱਚ ਬੈਠੇ ਰਹਿਣਾ। ਬੜੀ ਕਠਿਨ ਤਪੱਸਿਆ ਕੀਤੀ। ਤੇਲ ਦਾ ਇੱਕ ਪੀਪਾ ਕੋਲ ਰੱਖਿਆ ਸੀ, ਉਹਦੇ ਵਿੱਚ ਰੂੰ ਦਾ ਗੋੜਾ ਭਿਉਂ ਕੇ ਸਿਰ ਦੇ ਉੱਤੇ ਤੇ ਪੋਲੀ ਜੀ ਕੇਸਕੀ ਉੱਪਰੋਂ ਬੰਨ ਲੈਣੀ ਤੇ ਸਿਮਰਨ ਦੇ ਵਿੱਚ ਜੁਟੇ ਰਹਿਣਾ। ਤੇ ਮਹਾਂਪੁਰਖਾਂ ਦੇ ਜੀਵਨ ਦੇ ਵਿੱਚ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਜੀ ਰੋਡੇ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸੰਤਾਂ ਦੇ ਭਤੀਜੇ, ਉਹਨਾਂ ਨੇ ਸੁਹਿਰਦ ਸੰਤ ਖਾਲਸਾ ਨਾਮ ਦੀ ਕਿਤਾਬ ਲਿਖੀ ਹੈ। ਔਰ ਦਾਸ ਦੇ ਇਹ ਵੱਡੇ ਭਾਗ ਹੈ। ਆਪਣੇ ਆਪ ਨੂੰ ਮੈਂ ਵਡਭਾਗਾ ਸਮਝਦਾ ਕਿ ਜਦੋਂ ਸਿੰਘ ਸਾਹਿਬ ਜੀ ਇਹ ਕਿਤਾਬ ਲਿਖ ਰਹੇ ਸਨ ਤਾਂ ਇਸ ਕਿਤਾਬ ਦੇ ਲਿਖਣ ਦੇ ਵਿੱਚ, ਇਹਦੀ ਪ੍ਰੂਫ ਰੀਡਿੰਗ ਦੇ ਵਿੱਚ ਕਲਗੀਧਰ ਪਾਤਸ਼ਾਹ ਨੇ ਆਪ ਕਿਰਪਾ ਕਰਕੇ, ਮਹਾਂਪੁਰਖਾਂ ਨੇ ਆਪ ਕਿਰਪਾ ਕਰਕੇ ਦਾਸ ਦੀ ਝੋਲੀ ਵੀ ਇਹ ਸੇਵਾ ਪਾਈ ਹੈ। ਸੋ ਇਸ ਕਰਕੇ ਬਹੁਤ ਸਾਰੀਆਂ ਘਟਨਾਵਾਂ ਮੈਨੂੰ ਕੰਠ ਹੈ, ਮੈਨੂੰ ਯਾਦ ਹੈ ਉਹ ਕਿਤਾਬ ਦੇ ਵਿੱਚ ਜਿਹੜੀਆਂ ਲਿਖੀਆਂ ਹੋਈਆਂ, ਕਿਉਂਕਿ ਘੱਟੋ ਘੱਟ 4-5 ਵਾਰ ਪ੍ਰੂਫ ਰੀਡਿੰਗ ਕੀਤੀ ਸੀ ਉਹਦੀ। ਸੁਹਿਰਦ ਸੰਤ ਖਾਲਸਾ ਨਾਮੇ ਕਿਤਾਬ ਜਿਹੜੀਆਂ ਸੰਗਤਾਂ ਸੁਣ ਰਹੀਆਂ ਜਾਂ ਵੀਡੀਓ ਰਾਹੀਂ ਸੁਣ ਰਹੀਆਂ, ਜਿਨ੍ਹਾਂ ਨੇ ਨਹੀਂ ਪੜ੍ਹੀ ਹਾਲੇ ਤੱਕ, ਉਹ ਸਾਰੇ ਮੰਗਾ ਕੇ ਪੜ੍ਹੋ, ਤਾਂ ਕਿ ਮਹਾਂਪੁਰਖਾਂ ਦਾ ਜੀਵਨ ਬਹੁਤ ਸਾਰੇ ਲੇਖਕਾਂ ਨੇ ਲਿਖਿਆ ਹੈ, ਪਰ ਜਿਸ ਵਿਸਥਾਰ ਦੇ ਨਾਲ ਸਿੰਘ ਸਾਹਿਬ ਜੀ ਨੇ ਜੀਵਨ ਲਿਖ ਦਿੱਤਾ ਹੈ ਔਰ ਬਚਪਨ ਦੀਆਂ ਗੱਲਾਂ, ਹੋਰ ਘਟਨਾਵਾਂ ਜਿਨ੍ਹਾਂ ਨੂੰ ਸਿੰਘ ਸਾਹਿਬ ਜੀ ਨੇ ਬੜਾ ਨੇੜਿਓਂ ਹੋ ਕੇ ਤੱਕਿਆ, ਉਹਨਾਂ ਨੇ ਆਪਣੇ ਅਨੁਭਵ ਦੇ ਨਾਲ ਮਹਾਂਪੁਰਖਾਂ ਦੀ ਸੰਗਤ ਵਿੱਚ ਵਿਚਰਦਿਆਂ ਹੋਇਆ ਜੋ ਦੇਖਿਆ, ਪੜ੍ਹਿਆ, ਸੁਣਿਆ, ਉਹਦੇ ਮੁਤਾਬਕ ਤਜਰਬੇ ਦੇ ਸਹਿਤ ਲਿਖਿਆ ਨਾ, ਉਹ ਵਾਕਈ ਪੜ੍ਹਨ ਵਾਲੀ ਗੱਲ ਹੈ। ਸੋ ਜ਼ਰੂਰ ਗੁਰਮਤਿ ਦੀਆਂ ਕਿਤਾਬਾਂ, ਗੁਰਮਤਿ ਦਾ ਲਿਟਰੇਚਰ ਪੜ੍ਹਨ ਦਾ ਸਾਨੂੰ ਸੁਭਾਅ ਹੋਣਾ ਚਾਹੀਦਾ, ਕਿਉਂਕਿ ਅੱਜ ਸਾਡੀ ਸਿੱਖ ਕੌਮ ਦੀ ਇਹ ਤਰਾਸਦੀ ਹੈ ਕਿ ਅਸੀਂ ਪੜ੍ਹਨਾ ਲਿਖਣਾ ਛੱਡ ਗਏ ਹਾਂ। ਅਸੀਂ ਸਿਰਫ ਇੰਟਰਨੈਟ ਦੇ ਉੱਤੇ ਜੋ ਥੋੜਾ ਬਹੁਤਾ ਆ ਗਿਆ, ਸੰਖੇਪ ਦੇ ਵਿੱਚ ਛੋਟੀ ਜਿਹੀ ਵੀਡੀਓ ਆ ਗਈ, ਸੰਖੇਪ ਵਿੱਚ ਕਿਸੇ ਨੇ ਲਿਖ ਕੇ ਭੇਜ ਦਿੱਤਾ, ਤੇ ਉਹਦੇ ਉੱਤੇ ਅੰਨਾ ਵਿਸ਼ਵਾਸ ਕਰਕੇ ਆਪਾਂ ਅਗਾਂਹ ਦੇ ਅਗਾਂਹ ਨੂੰ ਭੇਜਣ ਦੇ ਵਿੱਚ ਹੀ ਬਸ ਇੰਨੀ ਕੁ ਗੱਲ ਦੇ ਵਿੱਚ ਹੀ ਮਸ਼ਰੂਫ ਹੈ। ਆਪ ਨਹੀਂ ਪੜ੍ਹਦੇ ਸੁਣਦੇ, ਆਪ ਕਿਸੇ ਦੀ ਗੱਲ ਦੀ ਤਹਿ ਤੱਕ ਨਹੀਂ ਜਾਂਦੇ। ਇਸੇ ਕਰਕੇ ਲੋਕਾਂ ਦੇ ਵਿੱਚ ਇਹ ਭੁਲੇਖਾ ਮਹਾਂਪੁਰਖਾਂ ਦੀ ਜਨਮ ਤਰੀਕ ਬਾਰੇ ਵੀ। ਅੱਜ ਇੰਟਰਨੈਟ ਦੇ ਉੱਤੇ ਬੜਿਆਂ ਨੇ ਵਾਦ ਵਿਵਾਦ ਵੀ ਕੀਤਾ ਹੋਣਾ ਜੀ, ਨਹੀਂ 12 ਤਰੀਕ ਨੂੰ ਆ ਮਹਾਂਪੁਰਖਾਂ ਦਾ ਜਨਮ ਦਿਨ, ਤਾਂ ਤੁਸੀਂ 2 ਨੂੰ ਕਾਹਤੋਂ ਕਹੀ ਜਾਂਦੇ ਹੋ, 2 ਜੂਨ ਨੂੰ? ਇਹ ਤਾਂ ਸ਼ਹੀਦੀ ਦਿਹਾੜੇ ਹੈ ਜੀ, ਇਹ ਸ਼ਹੀਦੀ ਦਿਹਾੜਿਆਂ ਵਿੱਚ ਨਹੀਂ ਹੋਣਾ ਚਾਹੀਦਾ। ਨਹੀਂ ਭਾਈ, ਜਿਹੜਾ ਦਿਹਾੜਾ ਜਿਹੜੇ ਦਿਨ ਹੈ ਉਸੇ ਦਿਨ ਮਨਾਉਣਾ ਚਾਹੀਦਾ। ਸੋ ਇਸੇ ਪ੍ਰਕਾਰ ਜਦੋਂ ਜਥਾ ਦੁਬਾਰਾ ਆਇਆ ਨਾ 22 ਫਰਵਰੀ 1960 ਨੂੰ ਸੰਤ ਬਾਬਾ ਜਰਨੈਲ ਸਿੰਘ ਜੀ ਨੇ ਮਹਾਂਪੁਰਖਾਂ ਦੇ ਪਾਸੋਂ, 5 ਪਿਆਰਿਆਂ ਦੇ ਪਾਸੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਇਹ ਇਤਿਹਾਸਕ ਤਰੀਕਾਂ ਯਾਦ ਰੱਖਣ ਵਾਲੀਆਂ ਹਨ। ਔਰ ਮਹਾਂਪੁਰਖਾਂ ਦਾ ਜੋ ਜਨਮ ਅਸਥਾਨ ਹੈ, ਜਿਹੜਾ ਜੱਦੀ ਘਰ ਸੀ, ਉਸ ਜਗ੍ਹਾ ਦੇ ਉੱਤੇ ਹੁਣ ਬਹੁਤ ਆਲੀਸ਼ਾਨ ਗੁਰਦੁਆਰਾ ਸਾਹਿਬ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਨੇ ਉਦਮ ਕਰਕੇ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਜੀ ਰੋਡੇ, ਉਹਨਾਂ ਦੇ ਸਹਿਯੋਗ, ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਆਲੀਸ਼ਾਨ ਗੁਰਦੁਆਰਾ ਸਾਹਿਬ ਬਣਿਆ ਹੋਇਆ, ਜਿਸ ਗੁਰਦੁਆਰਾ ਸਾਹਿਬ ਦਾ ਨਾਮ ਸੰਤ ਖਾਲਸਾ ਗੁਰਦੁਆਰਾ ਸਾਹਿਬ ਹੈ। ਜਨਮ ਅਸਥਾਨ ਗੁਰਦੁਆਰਾ ਸੰਤ ਖਾਲਸਾ ਨਗਰ ਰੋਡੇ। ਸੋ ਉਸ ਦਾ ਗੁਰਦੁਆਰਾ ਸਾਹਿਬ ਦਾ ਉਦਘਾਟਨ ਵੀ ਦਮਦਮੀ ਟਕਸਾਲ ਦੇ ਮਹਾਂਪੁਰਖਾਂ ਨੇ 22 ਫਰਵਰੀ ਨੂੰ ਕੀਤਾ ਸੀ। ਉਹ ਦਿਨ ਰੱਖਣ ਦਾ ਵੀ ਕਾਰਨ ਇਹੀ ਸੀ, ਹਰ ਸਾਲ ਹੁਣ ਵੀ ਉੱਥੇ ਇਹ 22 ਫਰਵਰੀ ਦਾ ਦਿਨ ਮਨਾਇਆ ਜਾਂਦਾ, ਤੇ ਅੱਜ ਵੀ ਮਹਾਂਪੁਰਖਾਂ ਦਾ ਜਨਮ ਦਿਹਾੜਾ ਬੜੀ ਸ਼ਰਧਾ ਭਾਵਨਾ, ਸ਼ਾਨੋ ਸ਼ੌਕਤ ਦੇ ਨਾਲ ਉੱਥੇ ਮਨਾਇਆ ਗਿਆ। ਸੋ ਉਹ 22 ਫਰਵਰੀ ਦਾ ਦਿਨ ਹਰ ਸਾਲ ਉੱਥੇ ਸਾਲਾਨਾ ਸਮਾਗਮ ਹੁੰਦੇ ਹੈ। ਸੋ ਇਸ ਪ੍ਰਕਾਰ ਮਹਾਂਪੁਰਖਾਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਉਸ ਤੋਂ ਥੋੜਾ ਸਮਾਂ ਬਾਅਦ ਫਿਰ 4-5 ਸਾਲਾਂ ਬਾਅਦ ਮਹਾਂਪੁਰਖ ਜਦੋਂ ਦੁਬਾਰਾ ਨਗਰ ਵਿੱਚ ਆਏ, ਘਰ ਦੇ ਵਿੱਚ ਜਥੇ ਦਾ ਪ੍ਰਸ਼ਾਦਾ ਰੱਖਿਆ ਹੋਇਆ ਸੀ, ਸੰਗਤ ਆਈ ਘਰ ਵਿੱਚ। ਮਹਾਂਪੁਰਖਾਂ ਨੇ ਉਸ ਵੇਲੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਨੇ ਬਚਨ ਕੀਤਾ ਸੀ ਕਿ ਬਾਬਾ ਜੋਗਿੰਦਰ ਸਿੰਘ ਜੀ, ਇੱਕ ਪੁੱਤਰ ਸਾਨੂੰ ਦੇ ਦਿਓ, ਜਥੇ ਵਿੱਚ ਰੱਖਣ ਲਈ ਇੱਕ ਪੁੱਤਰ ਦੇ ਦਿਓ।
ਤਾਂ ਉਸ ਵੇਲੇ ਮਹਾਂਪੁਰਖਾਂ ਨੇ ਆਖਿਆ ਸੀ ਜੀ ਆ ਸਾਰੇ ਖੜੇ ਆ, ਜਿਹੜਾ ਤੁਹਾਨੂੰ ਠੀਕ ਲੱਗਦਾ, ਜਿਹੜਾ ਤੁਹਾਨੂੰ ਚੰਗਾ ਲੱਗਦਾ ਲੈ ਜਾਵੋ। ਤੇ ਮਹਾਂਪੁਰਖਾਂ ਨੇ ਉਸ ਵੇਲੇ ਭਾਈ ਜਰਨੈਲ ਸਿੰਘ ਜੀ ਦੀ ਸਭ ਤੋਂ ਛੋਟੇ ਪੁੱਤਰ ਦੀ ਚੋਣ ਕੀਤੀ ਸੀ। ਇਸ ਤਰ੍ਹਾਂ ਮਹਾਂਪੁਰਖ ਫਿਰ ਦਮਦਮੀ ਟਕਸਾਲ ਜਥੇ ਵਿੱਚ ਸ਼ਾਮਲ ਹੋ ਗਏ ਸਨ। ਉਸ ਤੋਂ ਬਾਅਦ ਦੀਆਂ ਜਿਵੇਂ ਘਟਨਾਵਾਂ ਵਾਪਰੀਆਂ, ਮਹਾਂਪੁਰਖਾਂ ਨੇ ਟਕਸਾਲ ਦੇ ਵਿੱਚ ਰਹਿੰਦਿਆਂ ਹੋਇਆਂ ਮਹਾਂਪੁਰਖਾਂ ਦੀ ਸੰਗਤ ਕੀਤੀ, ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਜੀ ਦੀ ਵੀ ਸੰਗਤ ਕੀਤੀ। ਸੋ ਬਹੁਤ ਨਾਮ ਬਾਣੀ ਦਾ ਅਭਿਆਸ ਕੀਤਾ, ਜਿਸ ਕਰਕੇ ਮਹਾਂਪੁਰਖਾਂ ਦੇ ਨਾਮ ਦੇ ਨਾਲ ਭਾਈ ਜਰਨੈਲ ਸਿੰਘ ਅਭਿਆਸੀ ਲਕਬ ਲੱਗ ਗਿਆ ਸੀ, ਅਭਿਆਸੀ ਸ਼ਬਦ ਲੱਗ ਗਿਆ ਸੀ। ਸੋ ਬਾਅਦ ਵਿੱਚ ਜਦੋਂ ਟਕਸਾਲ ਦੇ ਮੁਖੀ ਬਣਦੇ ਐ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ, ਭਿੰਡਰਾਂ ਵਾਲੇ ਮਹਾਂਪੁਰਖਾਂ ਕਰਕੇ ਸੋ ਪ੍ਰਸਿੱਧ ਹੋਏ ਸੰਸਾਰ ਦੇ ਵਿੱਚ। ਸੋ ਐਸੇ ਮਹਾਂਪੁਰਖ ਸਾਧ ਸੰਗਤ ਜੀ ਸੰਸਾਰ ਦੇ ਵਿੱਚ ਐਸੀਆਂ ਸ਼ਖਸੀਅਤਾਂ ਕਦੇ ਕਦੇ ਆਉਂਦੀਆਂ ਜਿੱਥੋਂ ਆਪਾਂ ਆਰੰਭਤਾ ਕੀਤੀ ਸੀ ਕਿ ਬੜੀ मुश्किल से होता है चमन में दीदावर पैदा, हजारों साल नरगिस अपनी बेनूरी पे रोती है, बड़ी मुश्किल से होता है चमन में दीदावर पैदा। कदे सदियां बाद ਇਹੋ ਜਿਹੀਆਂ ਸ਼ਖਸੀਅਤਾਂ ਕੌਮਾਂ ਦੇ ਵਿੱਚ ਆਉਂਦੀਆਂ, ਪਰ ਸਾਡੀ ਕੌਮ ਦੀ ਬਦਕਿਸਮਤੀ ਕਿ ਜਾਂ ਵਾਹਿਗੁਰੂ ਦਾ ਭਾਣਾ ਕਹਿ ਲਓ ਕਿ ਉਹਨਾਂ ਮਹਾਂਪੁਰਖਾਂ ਤੋਂ ਅਸੀਂ ਕੌਮ ਨੇ ਜਿੰਨਾ ਲਾਹਾ ਲੈਣਾ ਸੀ ਲੈ ਨਹੀਂ ਸਕੇ, ਆਪਣਿਆਂ ਦੀਆਂ ਗਦਾਰੀਆਂ ਦੇ ਕਾਰਨ। ਸੋ ਜੋ ਗੁਰਸਿੱਖੀ ਦੇ ਪ੍ਰਚਾਰ ਪ੍ਰਸਾਰ ਦਾ ਵਹਾਅ ਚੱਲ ਰਿਹਾ ਸੀ ਉਹਦੇ ਵਿੱਚ ਰੁਕਾਵਟਾਂ ਪਾਈਆਂ ਗਈਆਂ। ਕਦੇ ਚੰਦੋ ਕਲਾਂ ਵਿੱਚ ਜਥੇ ਦੀਆਂ ਬੱਸਾਂ ਸਾੜੀਆਂ ਗਈਆਂ, ਨਗਰ ਨੂੰ ਲੁੱਟਿਆ ਕੁੱਟਿਆ ਗਿਆ, ਕੁੱਟਮਾਰ ਹੋਈ, ਸਿੰਘਾਂ ਦੀ ਗ੍ਰਿਫਤਾਰੀ, ਕਦੇ ਝੂਠੇ ਪੁਲਿਸ ਮੁਕਾਬਲੇ, ਕਦੇ ਮਹਾਂਪੁਰਖਾਂ ਨੂੰ ਗ੍ਰਿਫਤਾਰ ਕਰਨ ਦੇ ਲਈ ਛਾਪੇਮਾਰੀ ਹੁੰਦੀ ਰਹੀ। ਦਾਦਰ ਤੱਕ, ਬੰਬੇ ਤੱਕ ਮਹਾਂਪੁਰਖਾਂ ਦਾ ਪਿੱਛਾ ਪੰਜਾਬ ਸਰਕਾਰ ਨੇ ਕੀਤਾ। ਸੋ ਸੈਂਟਰ ਦੀ ਸਰਕਾਰ, ਪੰਜਾਬ ਦੀ ਸਰਕਾਰ ਤੇ ਕੁਝ ਜਿਹੜੇ ਚਾਪਲੂਸ ਕਿਸਮ ਦੇ ਲੀਡਰ ਸਨ, ਸਾਰੇ ਜਿਹੜੇ ਵੈਰੀ ਬਣੇ ਮਹਾਂਪੁਰਖਾਂ ਦੇ। ਤੇ ਆ ਜਿਹੜਾ ਸ਼ਹੀਦੀ ਹਫ਼ਤਾ ਚੱਲ ਰਿਹਾ ਇਹ ਫਿਰ ਜੂਨ 1984 ਦਾ ਘੱਲੂਘਾਰਾ ਵਰਤਿਆ। ਅੱਜ ਵੀ ਦੁਨੀਆ ਵਿੱਚ ਸੰਤ ਮਹਾਂਪੁਰਖ ਸਾਧੂ ਮਹਾਤਮਾ ਬਹੁਤ ਹੈ, ਬਹੁਤ ਹੋਏ ਆ, ਬਹੁਤ ਹਨ ਤੇ ਬਹੁਤ ਹੋਣਗੇ। ਗੁਰੂ ਨਾਨਕ ਦੇ ਘਰ ਦੇ ਵਿੱਚ ਘਾਟਾ ਨਹੀਂ ਹੈ, ਪਰ ਸੰਤ ਬਾਬਾ ਜਰਨੈਲ ਸਿੰਘ ਜੀ ਵਰਗਾ ਮਹਾਂਪੁਰਖ ਕੌਮ ਦੇ ਵਿੱਚ ਪੈਦਾ ਹੋਣਾ ਉਹ ਕਦੇ ਕਦਾਈ ਕੌਮਾਂ ਦੀ ਖੁਸ਼ਨਸੀਬੀ ਦੇ ਨਾਲ। ਗੁਰਮੁਖ ਪਿਆਰਿਓ, ਐਸੇ ਮਹਾਂਪੁਰਖ ਕੌਮਾਂ ਵਿੱਚ ਪੈਦਾ ਹੁੰਦੇ ਆ। ਸਾਰ ਕਿਤਾਬਲੀ ਨਾਂ ਦਾ ਇੱਕ ਗ੍ਰੰਥ ਹੈ, ਵਿਦਵਤਾ ਦਾ ਬੜਾ ਅਦੁੱਤੀ ਗ੍ਰੰਥ ਹੈ, ਜਿਹਨੂੰ ਸਭਾ ਜਿੱਤ ਵੀ ਕਹਿੰਦੇ ਆ। ਸੋ ਉਸ ਗ੍ਰੰਥ ਦੇ ਕਰਤਾ ਪੰਡਿਤ ਹਰਦਿਆਲ ਜੀ, ਉਹਨਾਂ ਨੇ ਕੋਈ ਦੋ ਤੁਕਾਂ ਲਿਖੀਆਂ ਮਹਾਂਪੁਰਖਾਂ ਦੇ ਬਾਬਤ ਕਿ ਮਹਾਂਪੁਰਖ ਜਿਹੜੇ ਸੰਸਾਰ ਦੇ ਵਿੱਚ ਆਉਂਦੇ ਆ ਉਹਨਾਂ ਵਿੱਚੋਂ ਵਿਰਲੇ ਉੱਤਮ ਕਿਸਮ ਦੇ ਮਹਾਂਪੁਰਖ ਕਿਵੇਂ ਹੁੰਦੇ ਆ। ਉਹ ਮਹਾਂਪੁਰਖ ਲਿਖਦੇ ਆ, ਕਹਿੰਦੇ ਦਾਦਰ ਕਰ ਕੁਖ ਭਰਨ ਕੋ ਤਤਪਰ ਨਾਗ ਅਨੇਕ, ਸਮਰਥ ਧਰਤੀ ਧਰਨ ਕੋ ਸ਼ੇਸ਼ ਨਾਗ ਹੀ ਏਕ। ਕਹਿੰਦੇ ਡੱਡੂ ਖਾ ਕੇ, ਦਾਦਰ ਨਾਮ ਹੈ ਡੱਡੂ ਦਾ, ਕਹਿੰਦੇ ਡੱਡੂ ਡੱਡੀਆਂ ਨੂੰ ਖਾ ਕੇ, ਜੀਵਾਂ ਨੂੰ ਖਾ ਕੇ ਢਿੱਡ ਭਰਨ ਵਾਲੇ ਨਾਗ ਉਹ ਕਹਿੰਦੇ ਬਹੁਤ ਹੁੰਦੇ ਆ ਸੰਸਾਰ ਵਿੱਚ, ਪਰ ਕਹਿੰਦੇ ਧਰਤੀ ਨੂੰ ਆਪਣੇ ਸਿਰ ਦੇ ਉੱਤੇ ਜਿਹੜਾ ਉਠਾ ਲਵੇ ਸ਼ੇਸ਼ ਨਾਗ ਉਹ ਕਹਿੰਦੇ ਇੱਕੋ ਹੀ ਹੈ, ਉਹ ਬਹੁਤੇ ਨਹੀਂ ਹੁੰਦੇ। ਦਾਦਰ ਕਰ ਕੁਖ ਭਰਨ ਕੋ ਤਤਪਰ ਨਾਗ ਅਨੇਕ, ਸਮਰਥ ਧਰਤੀ ਧਰਨ ਕੋ ਸ਼ੇਸ਼ ਨਾਗ ਹੀ ਏਕ। ਇਸੇ ਤਰ੍ਹਾਂ ਕਹਿੰਦੇ ਪੇਟ ਭਰਨ ਤਤਪਰ ਭਏ ਭੇਖੀ ਸੰਤ ਅਨੰਤ, ਜਗਤ ਜਲਦ ਕੇ ਤਰਨ ਕੋ ਕੋਈ ਕਬਿਰਲਾ ਸੰਤ। ਕਹਿੰਦੇ ਪੇਟ ਭਰਨ ਵਾਲੇ ਰੋਟੀਆਂ ਕਾਰਨ ਪੂਰੇ ਤਾਲ ਵਾਲੇ ਭੇਖਾ ਧਾਰੀ ਤਾਂ ਬਹੁਤ ਹੈ, ਵਿਵਹਾਰੀ ਬਹੁਤ ਫਿਰਦੇ ਐ, ਪਰ ਸੰਸਾਰ ਨੂੰ ਸਹੀ ਰਸਤਾ ਦਿਖਾਉਣ ਵਾਲਾ, ਕੌਮ ਨੂੰ ਸਹੀ ਸੇਧ ਦੇਣ ਵਾਲਾ, ਨਾਮ ਬਾਣੀ ਦਾ ਛੱਟਾ ਦੇਣ ਵਾਲਾ ਸੰਤ ਬਾਬਾ ਜਰਨੈਲ ਸਿੰਘ ਜੀ ਮਹਾਂਪੁਰਖ ਵਰਗਾ ਕੋਈ ਮਹਾਂਪੁਰਖ ਵਿਰਲਾ ਵਾਂਝਾ ਹੁੰਦਾ। ਜਗ ਮੈਂ ਉੱਤਮ ਕਾਢੀਆ ਹੈ ਵਿਰਲੇ ਕਈ ਕੇ। ਸੋ ਆਓ ਸਮੇਂ ਦੀ ਸਮਾਪਤੀ, ਸਮਾਂ ਥੋੜਾ ਜਿਹਾ ਉੱਪਰ ਹੀ ਹੋ ਗਿਆ। ਸੋ ਮਹਾਂਪੁਰਖਾਂ ਦੇ ਪਿਆਰ ਵਿੱਚ ਦਾਸ ਨੇ ਜ਼ਰੂਰੀ ਸਮਝਿਆ ਅੱਜ ਮਹਾਂਪੁਰਖਾਂ ਦੇ ਜਨਮ ਦਿਨ ਤੇ ਇਹ ਵਿਚਾਰਾਂ ਕਰਨੀਆਂ, ਤਾਂ ਕਿ ਸੰਗਤ ਨੂੰ ਮਹਾਂਪੁਰਖਾਂ ਦੇ ਬਚਪਨ ਦੇ ਬਾਰੇ, ਉਹਨਾਂ ਦੇ ਸੰਤਾਂ ਵਾਲੇ ਸਰੂਪ ਬਾਰੇ ਪਤਾ ਲੱਗ ਜਾਵੇ। ਬਹੁਤ ਕਥਾ ਕਹਾਣੀਆਂ ਮਹਾਂਪੁਰਖਾਂ ਦੀਆਂ ਆਪਾਂ ਸਮੇਂ ਦਰ ਸਮੇਂ ਵਿਚਾਰਦੇ ਰਹਿੰਦੇ ਆ। ਕਥਾ ਦੇ ਵਿੱਚ ਵੀ ਜਿੱਦਣ ਕੋਈ ਢੁਕਵਾਂ ਪ੍ਰਮਾਣ ਆਉਂਦਾ ਹੈ ਤਾਂ ਉਸ ਵੇਲੇ ਜ਼ਰੂਰ ਦੱਸੀਦਾ। ਸੋ ਮਹਾਂਪੁਰਖਾਂ ਦੇ ਜਨਮ ਦਿਨ ਦੀਆਂ ਸਮੁੱਚੀ ਸਿੱਖ ਕੌਮ ਨੂੰ, ਸਮੁੱਚੇ ਮਹਾਂਪੁਰਖਾਂ ਦੇ ਪ੍ਰੇਮੀਆਂ ਨੂੰ ਦਾਸ ਸਿੱਖ ਪ੍ਰਚਾਰਕ ਹੋਣ ਦੇ ਨਾਤੇ ਬਹੁਤ ਬਹੁਤ ਵਧਾਈਆਂ ਦਿੰਦਾ ਹੈ। ਮਹਾਂਪੁਰਖਾਂ ਦੇ ਜਨਮ ਦਿਨ ਦੀਆਂ ਸਮੁੱਚੀ ਸਿੱਖ ਕੌਮ ਨੂੰ ਵਧਾਈਆਂ ਹੋਣ। ਮਹਾਂਪੁਰਖ ਕਿਰਪਾ ਕਰਨ, ਉਹਨਾਂ ਮਹਾਂਪੁਰਖਾਂ ਵਰਗਾ ਜੀਵਨ ਦੇ ਵਿੱਚੋਂ ਉਹਨਾਂ ਦੇ ਇੱਕ ਕਣੀ ਮਾਤਰ ਸਾਨੂੰ ਮਿਲ ਜਾਵੇ, ਸਾਡਾ ਜਨਮ ਵੀ ਸਫਲਾ ਹੋਵੇ। ਸੋ ਜੋ ਲੜੀਵਾਰ ਕਥਾ ਚੱਲ ਰਹੀ ਹੈ ਇਹਦੇ ਵਿੱਚ ਪਿਆਰੇ ਭਾਈ ਦਇਆ ਸਿੰਘ ਜੀ ਬਚਨ ਕਰ ਰਹੇ ਹੈ, ਕਹਿੰਦੇ ਜਨ ਸੁਸ਼ੀਲ ਕੀ ਸੰਗਤ ਕਰੀਏ। ਜਿਹੜਾ ਐਸੇ ਮਹਾਂਪੁਰਖਾਂ ਵਰਗਾ ਜਿਹਦਾ ਜੀਵਨ ਹੈ ਔਰ ਜਨ ਹੈ, ਰੱਬ ਦਾ ਸੇਵਕ ਹੈ, ਐਸੇ ਮਹਾਂਪੁਰਖਾਂ ਦੀ ਸੰਗਤ ਕਰਨੀ ਚਾਹੀਦੀ ਹੈ। ਜਿਨ ਮਿਲਤੇ ਅਵਗੁਣ ਪਰ ਹਰੀਏ,
ਜਿਨ੍ਹਾਂ ਦੇ ਮਿਲਣ ਕਰਕੇ ਔਗਣਾਂ ਨੂੰ ਪ੍ਰਹਰੀਏ, ਔਗਣਾਂ ਨੂੰ ਦੂਰ ਕਰ ਲਈਏ। ਸੋ ਔਗਣ ਦੂਰ ਹੋ ਜਾਂਦੇ ਹਨ, ਸ਼ੁਭ ਗੁਣਾਂ ਦਾ ਪ੍ਰਕਾਸ਼ ਹੋ ਜਾਂਦਾ ਹੈ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਮਹਾਂਪੁਰਖਾਂ ਦੇ ਜੀਵਨ ਨਾਲ ਸੰਬੰਧਿਤ ਸਾਖੀਆਂ ਆਪਾਂ ਢੁਕਵੀਆਂ ਆਪਾਂ ਜ਼ਰੂਰ ਕਥਾ ਦੇ ਨਾਲ ਨਾਲ ਇਤਿਹਾਸਕ ਕਥਾ ਦੇ ਵਿੱਚ ਲਾ ਕੇ ਸਰਵਣ ਕਰਾਂਗੇ। ਸੋ ਹੁਣ ਸਮੇਂ ਦੀ ਸਮਾਪਤੀ ਹੈ, ਸਮਾਪਤੀ ਦੀਆਂ ਤੁਕਾਂ ਪੜ੍ਹ ਕੇ ਅਰਦਾਸ ਦੇ ਵਿੱਚ ਸ਼ਾਮਲ ਹੋਈਏ ਜੀ। ਦੇਹੋ ਸੱਜਣਾ ਸੀਸੜੀਆਂ ਜਿਉ ਹੋਵੇ ਸਾਹਿਬ ਸਿਉ ਮੇਲ। ਜਿਨ ਮਿਲ ਤੇ ਅਬ ਗੁਣ ਪਰ ਹਰੀਏ।